ਭਾਖੜਾ ਡੈਮ 20 ਫੁੱਟ ਰਹਿ ਗਿਆ ਸਿਰਫ ਭਰਨ ਤੋਂ, ਜਦੋਂ ਕਿ ਉੱਥੋਂ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਤੇ ਹਿਮਾਚਲ ਕਹਿੰਦਾ ਸਾਡਾ 2 ਕਰੋੜ ਦਾ ਹੁਣ ਤੱਕ ਨੁਕਸਾਨ ਹੋ ਚੁੱਕਿਆ। ਤੇ ਜੇ ਹਿਮਾਚਲ ਦਾ 2 ਕਰੋੜ ਦਾ ਨੁਕਸਾਨ ਹੋਇਆ ਤਾਂ ਪੰਜਾਬ ਦਾ ਅੰਦਾਜ਼ਾ ਲਾਓ ਕਿੱਥੇ ਤੱਕ ਗਿਆ ਹੋਊਗਾ। ਕਿ MLA ਮੰਤਰੀ ਪ੍ਰਸ਼ਾਸਨਿਕ ਅਧਿਕਾਰੀ ਫਿਰਦੇ ਤੁਰਦੇ ਜ਼ਰੂਰ ਨਜ਼ਰ ਆਏ, ਪਰ ਜਿਸ ਸਥਿਤੀ 'ਚੋਂ ਪੰਜਾਬ ਲੰਘਿਆ ਉਹ ਪੰਜਾਬ ਦੇ ਵਾਸੀ ਜਾਣਦੇ ਨੇ ਕਿ ਜਿਨ੍ਹਾਂ ਨੇ ਘਰਾਂ ਦੇ ਵਿੱਚ ਜਿਵੇਂ ਵਕਤ ਕੱਟੀ ਕੀਤੀ, ਜਿਸ ਸਥਿਤੀ 'ਚੋਂ ਨਿਕਲੇ। ਕਿ ਜੋ ਕੁਛ ਵਾਪਰਿਆ ਉਹਦੇ ਲਈ ਕੀ ਸਰਕਾਰ ਜ਼ਿੰਮੇਵਾਰ ਹੈ ਜੀ, ਕੀ ਪ੍ਰਸ਼ਾਸਨ ਜ਼ਿੰਮੇਵਾਰ ਹੈ, ਕੀ ਅਸੀਂ ਲੋਕ ਜ਼ਿੰਮੇਵਾਰ ਹਾਂ ਜਾਂ ਕੁਦਰਤ ਜ਼ਿੰਮੇਵਾਰ ਹੈ। ਇਹ ਕੁਦਰਤ ਦਾ ਵਰਤਾਰਾ ਸੀ ਹੜ੍ਹ ਜਾਂ ਮਨੁੱਖੀ ਮਤਲਬ ਕਿ ਕਰਤੂਤਾਂ ਦਾ ਨਤੀਜਾ ਸੀ। ਅਖਬਾਰਾਂ ਦੇ ਵਿੱਚ ਪਿਛਲੇ 10 ਦਿਨਾਂ ਦੇ 12 ਦਿਨਾਂ ਦੇ 15 ਦਿਨਾਂ ਦੇ ਅਖਬਾਰ ਚੱਕ ਕੇ ਦੇਖ ਲਓ, ਲਗਭਗ ਹਰ ਜ਼ਿਲ੍ਹੇ ਤੋਂ ਲੀਡਰ ਦੀ ਖਬਰ, ਕਿਸੇ ਅਧਿਕਾਰੀ ਦੀ ਖਬਰ ਲੱਗੀ ਹੋਗੀ ਕਿ ਜੀ ਮਤਲਬ ਕਿ ਬਰਸਾਤਾਂ ਨੂੰ ਦੇਖਦਿਆਂ ਹੋਇਆਂ ਚੋਇਆਂ ਦੀ ਸਫਾਈ ਕਰਾਈ, ਬਰਸਾਤੀ ਨਾਲਿਆਂ ਦੀ ਸਫਾਈ ਕਰਾਈ, ਖਬਰਾਂ ਲੱਗੀਆਂ। ਜੇ ਹਕੀਕਤ 'ਚ ਸਫਾਈ ਹੋਈ ਹੁੰਦੀ ਤਾਂ ਇਹ ਸਥਿਤੀ ਆਉਂਦੀ। ਬੇਸ਼ੱਕ ਮੀਂਹ ਬਹੁਤ ਭਰਿਆ 1992-93 ਤੋਂ ਬਾਅਦ ਦੁਬਾਰਾ ਇਹ ਜਿਹੀ ਸਥਿਤੀ ਹੁਣ ਦੇਖਣ ਨੂੰ ਮਿਲੀ ਹੈ, ਪਰ ਉਹਦੇ ਮੁਕਾਬਲੇ ਮੀਂਹ ਘੱਟ ਹੈ। ਕਈ ਲੋਕਾਂ ਦੇ ਘਰਾਂ 'ਚ ਵੜਿਆ ਏ, ਲੋਕ ਕੋਠਿਆਂ 'ਤੇ ਚੜ੍ਹਨ ਨੂੰ ਮਜਬੂਰ ਰਹੇ, ਕੱਢ ਕੇ ਟਰੈਕਟਰ ਟਰਾਲੀਆਂ 'ਚ ਲਿਆਉਣੇ ਪਏ। ਸੋ ਇਹ ਸਾਰੇ ਵਰਤਾਰੇ ਨੇ ਇੱਕ ਵਾਰ ਦੱਸ ਦਿੱਤਾ ਕਿ ਅਧਿਕਾਰੀਆਂ ਦੇ ਬਿਆਨ ਹਵਾਈ ਸੀ, ਕਾਗਜ਼ੀ ਸੀ। ਤੇ ਸਾਡੇ ਮੰਤਰੀ ਸਾਹਿਬਾਂ ਦੀ ਜੇਕਰ ਗੱਲ ਕਰੀਏ ਤਾਂ ਆਪਾਂ ਕੱਲ੍ਹ ਵੀ ਗੱਲ ਕਰ ਰਹੇ ਸੀ ਕਿ ਜਦੋਂ ਹਾਈ ਅਲਰਟ ਜਾਰੀ ਹੋਵੇ, ਮੌਸਮ ਵਿਭਾਗ ਨੇ ਦੱਸਿਆ ਹੋਵੇ, ਅੱਜ ਕੱਲ੍ਹ ਜਿਹੜਾ ਮੌਸਮ ਵਿਭਾਗ ਦੱਸਦਾ ਹੈ ਉਹ ਘੱਟੋ ਘੱਟ 80% 90% ਸਹੀ ਹੁੰਦਾ ਹੈ ਅੰਦਾਜ਼ਾ। ਤੇ ਜਦੋਂ ਇਹ ਅੰਦਾਜ਼ਾ ਸੀ ਕਿ ਪੰਜਾਬ 'ਚ ਜਾਂ ਉੱਤਰੀ ਭਾਰਤ 'ਚ ਅਗਲੇ 2-3 ਦਿਨ ਮੀਂਹ ਪੈਣਾ, ਤਾਂ ਜਨਾਬ ਨੂੰ ਪੁੱਛੋਗੇ ਜਿਹੜੇ ਮੁੱਖ ਮੰਤਰੀ ਲਾਇਆ ਜੀ, ਉਹ ਪੰਚਕੂਲੇ ਦੇ ਵਿੱਚ ਜਾ ਕੇ ਹਰਿਆਣੇ ਦੇ ਲਈ ਮੁਫਤ ਬਿਜਲੀ ਦੇ ਤੋਹਫੇ ਵੰਡਦੇ ਫਿਰਦੇ ਸੀ। ਉਹ ਤਾਂ ਪ੍ਰਚਾਰ ਤੇ ਸੀ, ਨਾਲ ਇੱਕ ਪਾਸੇ ਕੇਜਰੀਵਾਲ ਬਿਠਾਏ ਸੀ ਤੇ ਕੇਜਰੀਵਾਲ ਕਹਿੰਦੇ ਜੀ ਸਾਡੇ ਕੋਲ ਪ੍ਰਬੰਧ ਹੀ ਨਹੀਂਗਾ ਇਸ ਪਾਣੀ ਦਾ ਟਾਕਰਾ ਕਰਨ ਲਈ। ਫਿਰ ਮੁੱਖ ਮੰਤਰੀ ਕਦ ਨਹੀਂ ਬਣੇ ਜੇ ਸਾਹਮਣਾ ਹੀ ਨਹੀਂ ਕਰ ਸਕਦੇ ਮੁਸੀਬਤ ਦਾ। ਕਿ ਹੁਣ ਤੋਂ ਪਹਿਲਾਂ ਹਵਾਈ ਦੌਰੇ ਹਵਾ 'ਚ ਹੁੰਦੇ ਸੀ, ਹੈਲੀਕਾਪਟਰਾਂ 'ਚ ਹੁੰਦੇ ਸੀ। ਸੋ ਘੱਟੋ ਘੱਟ ਇਸ ਬਾਰੇ ਵਾਲੇ MLA ਜਾਂ ਮੰਤਰੀ ਜਾਂ ਮੁੱਖ ਮੰਤਰੀ ਧਰਾਤਲ ਤੇ ਨਜ਼ਰ ਤਾਂ ਆਏ, ਇਹਦੇ ਵਿੱਚ ਤਾਂ ਕੋਈ ਦੋ ਰਾਏ ਨਹੀਂ। ਕਿ ਇੱਕ MLA ਦੀ ਵੀਡੀਓ ਵਾਇਰਲ ਹੋ ਰਹੀ ਆ, ਉਹ ਪਾਣੀ ਕੱਢ ਰਿਹਾ ਕਿ ਜੀ ਮੈਂ ਨਾਲੀ ਖੋਲ੍ਹ ਦੇਵਾਂ, ਤੇ ਜਿਹੜਾ ਬੰਦਾ ਵੀਡੀਓ ਬਣਾ ਰਿਹਾ ਉਹ ਸੁੱਕੇ 'ਚ ਖੜਾ। ਹਫ਼ਤਾ ਪਹਿਲਾਂ ਅਧਿਕਾਰੀਆਂ ਨੂੰ ਪੁੱਛ ਲੈਂਦੇ, ਹਫ਼ਤਾ ਪਹਿਲਾਂ ਇਹਨਾਂ ਪ੍ਰਬੰਧਾਂ ਦੀ ਨਿਰੀਖਣ ਕਰ ਲੈਂਦੇ, ਜਾਂ ਹੁਣ ਵੀ ਇਹ ਵੀਡੀਓ ਬਣਾਉਣ ਦੀ ਬਜਾਏ, ਟਵੀਟ ਕਰਨ ਦੀ ਬਜਾਏ, ਰੀਲਾਂ ਬਣਾਉਣ ਦੀ ਬਜਾਏ, ਕੈਮਰੇ ਕੰਨੀ ਦੇਖ ਕੇ ਪੁੱਛ ਕੇ ਕਿ ਹਾਂ ਬਣ ਗਈ ਫੋਟੋ, ਇਹ ਕਰਨ ਦੀ ਬਜਾਏ ਜੇਕਰ ਆਪਣੇ ਦਫ਼ਤਰਾਂ 'ਚ ਬੈਠ ਕੇ ਸਹੀ ਭੂਮਿਕਾ ਨਿਭਾਉਣ ਤਾਂ ਮਿਲਦਾ ਜੇ ਸਰਕਾਰ ਬਣ ਕੇ ਕੰਮ ਕਰੇ ਤਾਂ ਇਹ ਸਥਿਤੀ ਨਾਲ ਆਸਾਨੀ ਨਾਲ ਨਜਿੱਠਿਆ ਜਾ ਸਕਦਾ। ਸਤਿ ਸ਼੍ਰੀ ਅਕਾਲ। ਗਲੋਬਲ ਪੰਜਾਬ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਜਤਿੰਦਰ ਕੌਰ। ਡਿਸਕਸ਼ਨ ਪੁਆਇੰਟ ਪ੍ਰੋਗਰਾਮ ਦੇ ਵਿੱਚ ਅਕਸਰ ਵੱਡੀਆਂ ਖਬਰਾਂ ਤੇ ਚਰਚਾ ਕੀਤੀ ਜਾਂਦੀ ਹੈ। ਵੱਡੀਆਂ ਖਬਰਾਂ ਚਾਹੇ ਪੰਜਾਬ ਦੇ ਨਾਲ ਸੰਬੰਧਿਤ ਹੋਣ ਜਾਂ ਫਿਰ ਦੇਸ਼ਾਂ ਵਿਦੇਸ਼ਾਂ ਦੇ ਨਾਲ ਸੰਬੰਧਿਤ ਹੋਣ, ਇਹਨਾਂ ਖਬਰਾਂ ਤੇ ਚਰਚਾ ਕਰਨ ਦੇ ਲਈ ਹਰ ਵਾਰ ਦੀ ਤਰ੍ਹਾਂ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਜੁੜਦੇ ਨੇ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਤੁਹਾਨੂੰ ਦੱਸ ਦਈਏ ਕਿ ਪਹਿਲਾਂ ਸਟੂਡੀਓ ਤੋਂ ਸਾਡੇ ਨਾਲ ਜੁੜਦੇ ਹੁੰਦੇ ਸੀ, ਪਰ ਇਸ ਵਕਤ ਉਹ ਕੈਨੇਡਾ ਦੇ ਵਿੱਚ ਨੇ। ਕੈਨੇਡਾ ਦੇ ਵਿੱਚ ਪੰਜਾਬੀ ਭਾਸ਼ਾ ਤੇ ਸਾਹਿਤ ਨਾਲ ਸੰਬੰਧਿਤ ਸਮਾਗਮਾਂ ਦੇ ਵਿੱਚ ਹਿੱਸਾ ਲੈਣ ਦੇ ਲਈ ਉਹ ਕੈਨੇਡਾ ਦੇ ਵਿੱਚ ਮੌਜੂਦ ਨੇ ਤੇ ਉੱਥੋਂ ਹੀ ਸਾਡੇ ਨਾਲ ਆਨਲਾਈਨ ਇਸ ਪ੍ਰੋਗਰਾਮ ਦੇ ਵਿੱਚ ਜੁੜਨਗੇ। ਸਭ ਤੋਂ ਪਹਿਲਾਂ ਪ੍ਰੋਗਰਾਮ ਡਿਸਕਸ਼ਨ ਪੁਆਇੰਟ ਵਿੱਚ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ। ਸਵਾਗਤ ਹੈ ਸਰ ਪ੍ਰੋਗਰਾਮ ਦੇ ਵਿੱਚ ਤੁਹਾਡਾ। ਸ਼ੁਕਰੀਆ ਜਤਿੰਦਰ ਜੀ, ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਬਿਲਕੁਲ। ਤਾਂ ਦੀਪਕ ਜੀ, ਪ੍ਰੋਗਰਾਮ ਦੀ ਸ਼ੁਰੂਆਤ ਮੌਸਮ ਤੋਂ ਹੀ ਕਰ ਲੈਂਦੇ ਹਾਂ। ਕੱਲ੍ਹ ਵੀ ਮੌਸਮ ਦੇ ਬਾਰੇ ਗੱਲਬਾਤ ਕੀਤੀ ਸੀ ਕਿ ਜਿਸ ਤਰੀਕੇ ਦੇ ਨਾਲ ਭਾਰੀ ਬਰਸਾਤ ਇਸ ਮੌਨਸੂਨ ਦੌਰਾਨ ਹੋ ਰਹੀ ਹੈ, ਕਾਫੀ ਨੁਕਸਾਨ ਵੀ ਹੋ ਰਿਹਾ ਹੈ ਤੇ ਵੱਡੇ ਪੱਧਰ ਤੇ ਜਿਹੜੇ ਲੋਕਾਂ ਦੀ ਜਾਨ ਵੀ ਗਈ ਹੈ ਤੇ ਸਕੂਲ ਵੀ ਬੰਦ ਕੀਤੇ ਹੋਏ ਨੇ। ਆਰਥਿਕ ਪੱਧਰ ਤੇ ਨੁਕਸਾਨ ਵੀ ਬਹੁਤ ਜ਼ਿਆਦਾ ਹੋ ਗਿਆ। ਪਰ ਇਸ ਸਭ ਦੇ ਵਿਚਾਲੇ ਵੱਡਾ ਸਵਾਲ ਇਹ ਖੜਾ ਹੋ ਰਿਹਾ ਹੈ ਕਿ ਜਿਹੜੀ ਹੜ੍ਹਾਂ ਵਰਗੀ ਸਥਿਤੀ ਇੱਥੇ ਪੈਦਾ ਹੋਈ ਹੈ, ਇਹ ਕੁਦਰਤੀ ਹੈ ਜਾਂ ਫਿਰ ਮਨੁੱਖ ਦੇ ਵੱਲੋਂ ਖੁਦ ਦੀ ਕੀਤੀ ਗਈ ਕੁਦਰਤ ਦੇ ਨਾਲ ਛੇੜਛਾੜ ਦੇ ਦੌਰਾਨ ਉਸ ਦਾ ਕੁਦਰਤ ਦਾ ਇਹ ਨਤੀਜਾ ਹੈ। ਤਾਂ ਕਾਫੀ ਸਵਾਲ ਖੜੇ ਹੋ ਰਹੇ ਨੇ ਇਸ ਨੂੰ ਲੈ ਕੇ। ਬਿਲਕੁਲ ਜਤਿੰਦਰ ਜੀ, ਪਿਛਲੇ 2 ਦਿਨਾਂ ਤੋਂ ਜਿਹੋ ਜਿਹਾ 3 ਦਿਨਾਂ ਤੋਂ ਲਗਾਤਾਰ ਮੀਂਹ ਵਰ੍ਹਿਆ ਤੇ ਉਸ ਮੀਂਹ ਤੋਂ ਬਾਅਦ ਪੰਜਾਬ ਸਣੇ ਦੇਸ਼ ਦੇ ਕਿੰਨੇ ਹੀ ਸੂਬਿਆਂ ਦੀ ਸਥਿਤੀ ਜਿਹੋ ਜਿਹੀ ਬਣੀ, ਖਾਸ ਕਰਕੇ ਸਮੁੱਚੇ ਉੱਤਰੀ ਭਾਰਤ ਦੇ ਵਿੱਚ, ਚਾਹੇ ਗੱਲ ਦਿੱਲੀ ਦੀ ਕਰ ਲਈਏ, ਚਾਹੇ ਰਾਜਸਥਾਨ ਦੀ ਕਰ ਲਈਏ, ਚਾਹੇ ਯੂਪੀ ਦੀ ਕਰ ਲਈਏ, ਚਾਹੇ ਹਰਿਆਣੇ ਦੀ ਕਰ ਲਈਏ, ਚਾਹੇ ਜੰਮੂ ਕਸ਼ਮੀਰ,
ਹਿਮਾਚਲ ਦੀ ਕਰ ਲਈਏ ਤੇ ਪੰਜਾਬ ਦੀ ਕਰ ਲਈਏ। ਸੋ ਇਹ ਸਾਰੇ ਸੂਬਿਆਂ 'ਚ ਜੋ ਪਿਛਲੇ 2 ਦਿਨਾਂ ਦੇ ਵਿੱਚ ਹਾਲਾਤ ਬਣੇ, ਉਸ ਨੇ ਇੱਕ ਤਰ੍ਹਾਂ ਨਾਲ ਸਿਸਟਮ ਦੀ, ਸਰਕਾਰਾਂ ਦੀ, ਸਾਡੇ ਪ੍ਰਬੰਧਾਂ ਦੀ, ਸਾਡੇ ਪਾਣੀਆਂ ਨੂੰ ਲੈ ਕੇ ਕੀਤੇ ਗਏ ਸਾਂਭ ਸੰਭਾਲ ਦੀ, ਸਾਰਿਆਂ ਦੀ ਪੋਲ ਖੋਲ ਕੇ ਰੱਖ ਦਿੱਤੀ ਕਿ ਹਕੀਕੀ ਸਥਿਤੀ ਹੋਰ ਹੈ ਤੇ ਹਵਾਈ ਦਾਅਵੇ ਕੁਝ ਹੋਰ ਨੇ। ਪਰ ਇਹ ਸਭ ਦੇ ਨਾਲ ਇੱਕ ਪਹਿਲੂ ਜਿਹੜਾ ਗੌਰ ਕਰਨ ਵਾਲਾ ਹੈ ਉਹ ਇਹ ਹੈ ਕਿ ਬੇਸ਼ੱਕ ਅੱਜ ਮੌਸਮ ਨੇ ਤਬਦੀਲੀ ਦਿਖਾਈ ਹੈ, ਅੱਜ ਰੰਗ ਬਟਾਇਆ, ਕੱਲ ਰਾਤ ਦਾ ਮੀਂਹ ਥੋੜਾ ਰੁਕ ਗਿਆ ਸੀਗਾ ਤੇ ਅੱਜ ਸਵੇਰੇ ਧੁੱਪ ਚੜੀ ਹੈ, ਪਰ ਇਹਦਾ ਮਤਲਬ ਇਹ ਨਹੀਂਗਾ ਕਿ ਮੀਂਹ ਰੁਕ ਗਿਆ ਤੇ ਧੁੱਪ ਚੜ ਗਈ ਤਾਂ ਉਹਦੇ ਨਾਲ ਮਸਲੇ ਹੱਲ ਹੋ ਗਏ। ਕਿਉਂਕਿ ਪੰਜਾਬ ਦੇ ਵਿੱਚ ਅਜੇ ਵੀ ਪਿੰਡਾਂ ਚੋਂ, ਕਸਬਿਆਂ ਚੋਂ, ਸ਼ਹਿਰਾਂ ਚੋਂ, ਮੁਹੱਲਿਆਂ ਚੋਂ ਪਾਣੀ ਬਾਹਰ ਨਹੀਂ ਨਿਕਲਿਆ। ਕਿ ਜੇ 5 ਫੁੱਟ ਸੀ ਤਾਂ ਉਹ 4 ਫੁੱਟ ਜ਼ਰੂਰ ਹੋ ਗਿਆ, ਪਰ ਅਜੇ ਵੀ ਪਾਣੀ ਤੋਂ ਰਾਹਤ ਨਹੀਂ ਮਿਲੀ। ਇੱਕ ਇਹ ਪਾਣੀ ਦੀ ਆਮਦ ਬਰਕਰਾਰ, ਦੂਸਰੇ ਪਾਸੇ ਉੱਪਰ ਪਹਾੜਾਂ 'ਚ ਜਿਹੜਾ ਮੀਂਹ ਪਿਆ ਉਹਦਾ ਅਸਰ ਇਹ ਹੈ ਕਿ ਭਾਖੜਾ ਡੈਮ 20 ਫੁੱਟ ਰਹਿ ਗਿਆ ਸਿਰਫ ਭਰਨ ਤੋਂ, ਜਦੋਂ ਕਿ ਉੱਥੋਂ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਤੇ ਹਿਮਾਚਲ ਕਹਿੰਦਾ ਸਾਡਾ 2 ਕਰੋੜ ਦਾ ਹੁਣ ਤੱਕ ਨੁਕਸਾਨ ਹੋ ਚੁੱਕਿਆ। ਤੇ ਜੇ ਹਿਮਾਚਲ ਦਾ 2 ਕਰੋੜ ਦਾ ਨੁਕਸਾਨ ਹੋਇਆ ਤਾਂ ਪੰਜਾਬ ਦਾ ਅੰਦਾਜ਼ਾ ਲਾਓ ਕਿੱਥੇ ਤੱਕ ਗਿਆ ਹੋਊਗਾ। ਸਾਨੂੰ ਕਿੰਨੀਆਂ ਸੜਕਾਂ ਵੱਢਣੀਆਂ ਪਈਆਂ, ਕਿੰਨੀਆਂ ਸੜਕਾਂ ਤੋੜਨੀਆਂ ਪਈਆਂ, ਕਿੰਨੀ ਸਾਨੂੰ ਮਤਲਬ ਕਿ ਆਪਣਾ ਸਾਰਾ ਕੁਝ ਝੋਕਣਾ ਪਿਆ। ਪਿੰਡਾਂ, ਸ਼ਹਿਰਾਂ, ਕਸਬਿਆਂ 'ਚ ਜਿਵੇਂ ਨਹਿਰਾਂ 'ਚ ਪਾੜ ਪੈਣ ਦੀਆਂ ਖਬਰਾਂ ਆਈਆਂ, ਉੱਥੇ ਜੋ ਆਪਣੇ ਮਤਲਬ ਆਪਣੇ ਪੱਧਰ ਤੇ ਪਿੰਡਾਂ ਦੀਆਂ ਪੰਚਾਇਤਾਂ ਨੇ ਕੰਮ ਕੀਤਾ, ਉਹ ਸਾਰਿਆਂ ਨੇ ਸਥਿਤੀ ਸੰਭਾਲਣ ਦੀ ਕੋਸ਼ਿਸ਼ ਕੀਤੀ। ਇਹ ਵੱਖਰੀ ਗੱਲ ਹੈ ਕਿ MLA, ਮੰਤਰੀ, ਪ੍ਰਸ਼ਾਸਨਿਕ ਅਧਿਕਾਰੀ ਫਿਰਦੇ ਤੁਰਦੇ ਜ਼ਰੂਰ ਨਜ਼ਰ ਆਏ, ਪਰ ਜਿਹੜੀ ਸਥਿਤੀ 'ਚੋਂ ਪੰਜਾਬ ਲੰਘਿਆ ਉਹ ਪੰਜਾਬ ਦੇ ਵਾਸੀ ਜਾਣਦੇ ਨੇ ਕਿ ਜਿਨ੍ਹਾਂ ਨੇ ਘਰਾਂ ਦੇ ਵਿੱਚ ਜਿਵੇਂ ਵਕਤ ਕੱਟੀ ਕੀਤੀ, ਜਿਸ ਸਥਿਤੀ 'ਚੋਂ ਨਿਕਲੇ। ਪਰ ਜਿਹੜਾ ਸਵਾਲ ਤੁਸੀਂ ਕਰ ਰਹੇ ਹੋ ਉਹ ਸਵਾਲ ਸਭ ਤੋਂ ਅਹਿਮ ਇਸ ਲਈ ਹੈ ਕਿ ਇਸ ਮੌਕੇ ਅੱਜ ਸਵਾਲ ਇੱਥੇ ਆ ਕੇ ਖੜਾ ਹੈ ਕਿ ਜੋ ਕੁਝ ਵਾਪਰਿਆ ਉਹਦੇ ਲਈ ਕੀ ਸਰਕਾਰ ਜ਼ਿੰਮੇਵਾਰ ਹੈ, ਕੀ ਪ੍ਰਸ਼ਾਸਨ ਜ਼ਿੰਮੇਵਾਰ ਹੈ, ਕੀ ਅਸੀਂ ਲੋਕ ਜ਼ਿੰਮੇਵਾਰ ਹਾਂ ਜਾਂ ਕੁਦਰਤ ਜ਼ਿੰਮੇਵਾਰ ਹੈ। ਇਹ ਕੁਦਰਤ ਦਾ ਵਰਤਾਰਾ ਸੀ ਹੜ ਜਾਂ ਮਨੁੱਖੀ ਮਤਲਬ ਕਿ ਕਰਤੂਤਾਂ ਦਾ ਨਤੀਜਾ ਸੀਗਾ। ਜਤਿੰਦਰ ਜੀ, ਜੇਕਰ ਪਿੰਡ ਪੱਧਰ ਤੇ ਸਮਝਣਾ ਹੋਵੇ ਤਾਂ ਇੱਕ ਸਿੱਧਾ ਜਿਹਾ ਫਾਰਮੂਲਾ ਹੈ ਕਿ ਪਿੰਡਾਂ ਦੇ ਵਿੱਚ ਹਰ ਪਿੰਡ 'ਚ 2-2, 3-3 ਛੱਪੜ ਸੀ। ਉਹ ਛੱਪੜ ਪੂਰਨ ਨੂੰ ਕਿਹਨੇ ਕਿਹਾ, ਉਹਨਾਂ 'ਚ ਮਿੱਟੀ ਭਰਨ ਨੂੰ ਕਿਹਨੇ ਕਿਹਾ ਕਿ ਹਾਂ ਪੂਰ ਦਿਓ। ਸੋ ਇਸ ਲਈ ਅੱਜ ਆਪ ਮਹਾਰੇ ਜਿਹੜਾ ਪਾਣੀ ਆਪਣੀਆਂ ਪੁਰਾਣੀਆਂ ਥਾਵਾਂ ਤੇ ਨੂੰ ਹੋ ਕੇ ਆਇਆ, ਉਸ ਨੂੰ ਕਿਤੇ ਸਮਾਉਣ ਦੇ ਲਈ ਕੋਈ ਥਾਂ ਹੀ ਨਹੀਂ ਛੱਡੀ, ਅਸੀਂ ਕਿਤੇ ਲੰਘ ਜਾਣ ਦੇ ਲਈ ਕੋਈ ਥਾਂ ਹੀ ਨਹੀਂ ਛੱਡੀ। ਫਿਰ ਇਸੇ ਤਰ੍ਹਾਂ ਦੇ ਨੂੰ ਲੈ ਕੇ ਮਤਲਬ ਕਿ ਇੱਕ ਜਿਹੜੀ ਜਨਤਕ ਥਾਂ ਹੁੰਦੀ ਸੀ, ਚਾਹੇ ਉਹ ਕਦੇ ਪਸ਼ੂ ਚਾਰਗਾਹ ਵਜੋਂ ਵਰਤੀ ਜਾਂਦੀ ਸੀ, ਕਦੇ ਸ਼ਾਮਲਾਟ ਵਜੋਂ ਛੱਡੀ ਜਾਂਦੀ ਸੀ, ਪਿੰਡਾਂ ਜਿਹੜੇ ਖੁੱਲੀਆਂ ਥਾਵਾਂ ਸੀ ਅਸੀਂ ਉਹ ਨਹੀਂ ਛੱਡੀਆਂ। ਅਸੀਂ ਗਲੀਆਂ, ਬੀਹੀਆਂ, ਵਿਹੜੇ ਕੋਈ ਕੱਚੇ ਨਹੀਂ ਛੱਡੇ। ਸੋ ਇਸ ਲਈ ਅਸੀਂ ਪਾਣੀ ਨੂੰ ਥਾਂ ਕਿੱਥੇ ਛੱਡਦੇ ਹਾਂ। ਦੂਸਰਾ, ਇੱਕ ਸ਼ੁਰੂ ਤੋਂ ਜਿਹੜੇ ਜਦੋਂ ਸਕੂਲ ਪੜ੍ਹਦੇ ਸੀ ਤਾਂ ਇੱਕ ਪੜ੍ਹਾਈ ਅਕਸਰ ਪੜ੍ਹਾਈ ਜਾਂਦੀ ਸੀ ਕਿ ਭਾਈ ਜੇ ਵੱਧ ਦਰਖਤ ਲਾਓਗੇ ਤਾਂ ਵੱਧ ਦਰਖਤ ਹੜ੍ਹਾਂ ਨੂੰ ਰੋਕਦੇ ਨੇ, ਉੱਪਰੋਂ ਪਹਾੜਾਂ ਤੋਂ ਖੁਰਦੀ ਹੋਈ ਮਿੱਟੀ ਨੂੰ ਰੋਕਦੇ ਨੇ। ਸੋ ਉਸ ਹਵਾਲੇ ਨਾਲ ਜੇਕਰ ਦੇਖੋ ਤਾਂ ਦਰਖਤ ਅਸੀਂ ਕੱਟ ਤਾਂ ਰਹੇ ਹਾਂ ਵਿਕਾਸ ਦੇ ਨਾਂ ਉੱਤੇ, ਸੜਕਾਂ ਦੇ ਨਾਂ ਉੱਤੇ, ਇਮਾਰਤਾਂ ਉਸਾਰਨ ਦੇ ਨਾਂ ਉੱਤੇ, ਪਰ ਲਾ ਨਹੀਂ ਰਹੇ। ਸੋ ਫਿਰ ਇਹਦਾ ਮਤਲਬ ਇਹ ਵੀ ਇੱਕ ਪਹਿਲੂ ਹੈਗਾ ਕਿ ਜੇਕਰ ਪਾਣੀ ਆਇਆ ਵੱਧ, ਉਹਦੇ ਲਈ ਮਨੁੱਖੀ ਸਿਸਟਮ ਜ਼ਿੰਮੇਵਾਰ ਹੈ ਕਿ ਅਸੀਂ ਨਾ ਟੋਭੇ ਰੱਖੇ, ਨਾ ਛੱਪੜ ਰੱਖੇ, ਨਾ ਖਾਲਾਂ ਸਾਫ਼ ਕੀਤੀਆਂ, ਨਾ ਸੂਏ ਸਾਫ਼ ਕੀਤੇ, ਨਾ ਅਸੀਂ ਜਿਹੜਾ ਮਤਲਬ ਕਿ ਚੋਏ ਸੀ ਨਾ ਉਹ ਸਾਫ਼ ਕੀਤੇ, ਨਾ ਬਰਸਾਤੀ ਨਾਲੇ ਸਾਫ਼ ਕੀਤੇ। ਹੋਰ ਛੱਡੋ ਜਤਿੰਦਰ ਜੀ, ਤੁਸੀਂ ਚੰਡੀਗੜ੍ਹ ਦੇ ਨੇੜੇ ਰਹਿੰਦੇ ਹੋ, ਤੁਸੀਂ ਜਾ ਕੇ ਇੱਕ ਵਾਰ ਖਰੜ ਵਾਲੇ ਪਾਸੇ ਦੇਖਿਓ, ਤੁਹਾਨੂੰ ਇਮਾਰਤਾਂ 8-8, 10-10, 12-12 ਮੰਜ਼ਿਲ ਦਿਖਣਗੀਆਂ, ਪਰ ਉਹਦੀ ਧਰਤੀ ਤੇ ਦੇਖਿਓ ਕਿ ਉਹ ਨੀਂਹ ਕਿੱਥੇ ਆ। ਫਿਰ ਪਤਾ ਲੱਗੂਗਾ ਕਿ ਨਦੀ ਦੇ ਵਿੱਚ ਹੀ ਉਸਾਰ ਦਿੱਤੀਆਂ। ਸ਼ਿਵ ਜੋਤ ਇਹਦੀ ਸਭ ਤੋਂ ਬੜੀ ਉਦਾਹਰਨ ਹੈ ਕਿ ਇੱਕ ਪਾਸੇ ਅਸੀਂ ਪੁਲ ਤੋਂ ਲੰਘ ਕੇ ਜਾਂਦੇ ਹਾਂ, ਦੂਏ ਪਾਸੇ ਸਾਨੂੰ ਉਹ ਦਿਖਦੀ ਆ। ਸੋ ਨਦੀਆਂ ਦੇ ਵਿੱਚ ਹੈ ਨਾ, ਉਹਨਾਂ ਥਾਵਾਂ ਤੇ ਜਿੱਥੋਂ ਪਾਣੀ ਨੇ ਲੰਘਣਾ ਸੀ ਉਹਨਾਂ ਥਾਵਾਂ ਤੇ ਅਸੀਂ ਇਮਾਰਤਾਂ ਉਸਾਰਨੀਆਂ। ਫਿਰ ਅਸੀਂ ਕਹਿੰਦੇ ਹਾਂ ਜੀ ਕਿ 65 ਲੱਖ ਦਾ ਅਸੀਂ ਫਲੈਟ ਲਿਆ ਜੀ, 40 ਲੱਖ ਦਾ ਅਸੀਂ ਫਲੈਟ ਲਿਆ ਜੀ, ਅਸੀਂ 1.5 ਕਰੋੜ ਦਾ ਫਲੈਟ ਲਿਆ ਜੀ, ਹੁਣ ਸਾਡੇ ਜੀ ਪਾਣੀ ਭਰ ਗਿਆ। ਕਿ ਭਾਈ ਜਿਹਨੇ ਫਲੈਟ ਵੇਚਿਆ ਉਹਨੇ ਪਾਣੀ ਦੇ ਲਾਂਘੇ ਤੇ ਥਾਂ ਹੀ ਨਹੀਂ ਛੱਡੀ। ਬਿਲਕੁਲ। ਹੁਣ ਜਿਹੜੇ ਸੀਵਰੇਜ ਪਾਏ ਨੇ ਉਹ ਤਾਂ ਬਾਥਰੂਮ ਦੀਆਂ ਟੂਟੀਆਂ ਜੋਗੇ ਪਾਏ ਨੇ ਕਿ ਹਾਂ ਭਾਈ ਉਹਨਾਂ ਪਾਣੀ ਲੰਘ ਜਵੇ, ਪਰ ਇਹ ਨਹਿਰੀ ਪਾਣੀ, ਇਹ ਬਰਸਾਤੀ ਪਾਣੀ ਹੈ, ਹੜ੍ਹ ਵਾਲਾ ਪਾਣੀ, ਉਹਦੇ ਲਾਂਘੇ ਦਾ ਕੋਈ ਪ੍ਰਬੰਧ ਹੀ ਨਹੀਂ। ਸੋ ਜਦੋਂ ਅਸੀਂ ਉਹ ਪਾਣੀ ਨੂੰ ਥਾਂ ਹੀ ਨਹੀਂ ਛੱਡਾਂਗੇ ਤਾਂ ਇਹ ਨਤੀਜਾ। ਫਿਰ ਤੀਸਰਾ ਜੋ ਪ੍ਰਸ਼ਾਸਨ ਦੀ ਭੂਮਿਕਾ, ਅਖਬਾਰਾਂ ਦੇ ਵਿੱਚ ਪਿਛਲੇ 10 ਦਿਨਾਂ ਦੇ, 12 ਦਿਨਾਂ ਦੇ, 15 ਦਿਨਾਂ ਦੇ ਅਖਬਾਰ ਚੱਕ ਕੇ ਦੇਖ ਲਓ, ਲਗਭਗ ਹਰ ਜ਼ਿਲ੍ਹੇ ਤੋਂ ਲੀਡਰ ਦੀ ਖਬਰ, ਕਿਸੇ ਅਧਿਕਾਰੀ ਦੀ ਖਬਰ ਲੱਗੀ ਹੋਗੀ ਕਿ ਜੀ ਮਤਲਬ ਕਿ ਬਰਸਾਤਾਂ ਨੂੰ ਦੇਖਦਿਆਂ ਹੋਇਆਂ ਚੋਇਆਂ ਦੀ ਸਫਾਈ ਕਰਾਈ, ਬਰਸਾਤੀ ਨਾਲਿਆਂ ਦੀ ਸਫਾਈ ਕਰਾਈ, ਖਬਰਾਂ ਲੱਗੀਆਂ। ਜੇ ਹਕੀਕਤ 'ਚ ਸਫਾਈ ਹੋਈ ਹੁੰਦੀ ਤਾਂ ਇਹ ਸਥਿਤੀ ਹੁੰਦੀ। ਬੇਸ਼ੱਕ ਮੀਂਹ ਬਹੁਤ ਭਰਿਆ 92-93, 1992-93 ਤੋਂ ਬਾਅਦ ਦੁਬਾਰਾ ਇਹ ਜਿਹੀ ਸਥਿਤੀ ਹੁਣ ਦੇਖਣ ਨੂੰ ਮਿਲੀ ਹੈ।
ਪਰ ਉਹਦੇ ਮੁਕਾਬਲੇ ਮੀਂਹ ਘੱਟ ਹੈ। ਪਰ ਉਹਦੇ ਬਾਵਜੂਦ ਜਿਹੜੀ ਪਾਣੀ ਵਧਿਆ ਏ, ਵੱਧ ਚੜਿਆ ਏ, ਹੜ੍ਹ ਵਰਗੀ ਸਥਿਤੀ ਆਈ ਹੈ, ਲੋਕਾਂ ਦੇ ਘਰਾਂ 'ਚ ਵੜਿਆ ਏ, ਲੋਕ ਕੋਠਿਆਂ ਤੇ ਚੜ੍ਹਨ ਨੂੰ ਮਜਬੂਰ ਹੋਏ, ਕੱਢ ਕੇ ਟਰੈਕਟਰ ਟਰਾਲੀਆਂ 'ਚ ਲਿਆਉਣੇ ਪਏ। ਸੋ ਇਹ ਸਾਰੇ ਵਰਤਾਰੇ ਨੇ ਇੱਕ ਵਾਰ ਦੱਸ ਦਿੱਤਾ ਕਿ ਅਧਿਕਾਰੀਆਂ ਦੇ ਬਿਆਨ ਹਵਾਈ ਸੀ, ਕਾਗਜ਼ੀ ਸੀ। ਤੇ ਸਾਡੇ ਮੰਤਰੀ ਸਾਹਿਬਾਂ ਦੀ ਜੇਕਰ ਗੱਲ ਕਰੀਏ ਤਾਂ ਆਪਾਂ ਕੱਲ ਵੀ ਗੱਲ ਕਰ ਰਹੇ ਸੀ ਕਿ ਜਦੋਂ ਹਾਈ ਅਲਰਟ ਜਾਰੀ ਹੋਵੇ, ਮੌਸਮ ਵਿਭਾਗ ਨੇ ਦੱਸਿਆ ਹੋਵੇ, ਅੱਜ ਕੱਲ ਜਿਹੜਾ ਮੌਸਮ ਵਿਭਾਗ ਦੱਸਦਾ ਹੈ ਉਹ ਘੱਟੋ ਘੱਟ 80% 90% ਸਹੀ ਹੁੰਦਾ ਹੈ ਅੰਦਾਜ਼ਾ। ਬਿਲਕੁਲ। ਤੇ ਜਦੋਂ ਇਹ ਅੰਦਾਜ਼ਾ ਸੀ ਕਿ ਪੰਜਾਬ 'ਚ ਜਾਂ ਉੱਤਰੀ ਭਾਰਤ 'ਚ ਅਗਲੇ 2-3 ਦਿਨ ਮੀਂਹ ਪੈਣਾ, ਤਾਂ ਜਨਾਬ ਨੂੰ ਪੁੱਛੋਗੇ ਜਿਹੜੇ ਮੁੱਖ ਮੰਤਰੀ ਲਾਇਆ ਜੀ, ਉਹ ਪੰਚਕੂਲੇ ਦੇ ਵਿੱਚ ਜਾ ਕੇ ਹਰਿਆਣੇ ਦੇ ਲਈ ਮੁਫਤ ਬਿਜਲੀ ਦੇ ਤੋਹਫੇ ਵੰਡਦੇ ਫਿਰਦੇ ਸੀ। ਉਹ ਤਾਂ ਪ੍ਰਚਾਰ ਤੇ ਸੀ, ਨਾਲ ਇੱਕ ਪਾਸੇ ਕੇਜਰੀਵਾਲ ਬਿਠਾਏ ਸੀ, ਤੇ ਕੇਜਰੀਵਾਲ ਕਹਿੰਦੇ ਜੀ ਸਾਡੇ ਕੋਲ ਪ੍ਰਬੰਧ ਹੀ ਨਹੀਂਗਾ ਇਸ ਪਾਣੀ ਦਾ ਟਾਕਰਾ ਕਰਨ ਲਈ। ਫਿਰ ਮੁੱਖ ਮੰਤਰੀ ਕਾਹਦੇ ਲਈ ਬਣੇ ਹੋ ਜੇ ਸਾਹਮਣਾ ਹੀ ਨਹੀਂ ਕਰ ਸਕਦੇ ਮੁਸੀਬਤ ਦਾ। ਤੇ ਹੁਣ ਜੀ ਤੁਹਾਨੂੰ ਰੋਕਣਾ ਚਾਹਾਂਗੇ ਕਿਉਂਕਿ ਸੀਐਮ ਭਗਵੰਤ ਮਾਨ ਦੇ ਵੱਲੋਂ ਆਦੇਸ਼ ਵੀ ਦਿੱਤੇ ਗਏ ਸੀ, ਸਾਰੇ ਆਪਣੇ ਮੰਤਰੀਆਂ ਨੂੰ ਤੇ ਡੀਸੀਸ ਨੂੰ ਹੁਕਮ ਦਿੱਤੇ ਗਏ ਸੀ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਜਾਵੇ। ਤਾਂ ਉਹਨਾਂ ਹੁਕਮਾਂ ਨੂੰ ਮੰਨਦਿਆਂ ਹੋਏ ਸਾਰੇ ਮੰਤਰੀ ਤੇ ਡੀਸੀਸ ਉਹਨਾਂ ਇਲਾਕਿਆਂ ਦਾ ਦੌਰਾ ਵੀ ਕਰ ਰਹੇ ਸੀ ਤੇ ਖੁਦ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਇਲਾਕਿਆਂ ਦਾ ਦੌਰਾ ਕੀਤਾ ਗਿਆ, ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ, ਹਾਲ ਜਾਣਿਆ ਗਿਆ ਤੇ ਨਾਲ ਹੀ ਕਿਹਾ ਕਿ ਸਰਕਾਰ ਇਸ ਦੁੱਖ ਦੀ ਘੜੀ ਦੇ ਵਿੱਚ ਉਹਨਾਂ ਦੇ ਨਾਲ ਖੜੀ ਹੈ ਤੇ ਦੂਜੇ ਪਾਸੇ ਐਚਪੀਸੀ ਵੀ ਲੰਗਰਾਂ ਦਾ ਪ੍ਰਬੰਧ ਕਰ ਰਹੀ ਹੈ ਤੇ ਜ਼ਮੀਨੀ ਪੱਧਰ ਤੇ ਅਧਿਕਾਰੀ ਉਤਰੇ ਹੋਏ ਨੇ। ਜਸਿੰਦਰ ਜੀ, ਇਹਦੇ ਵਿੱਚ ਕੋਈ ਸ਼ੱਕ ਨਹੀਂਗਾ ਕਿ ਹੁਣ ਤੋਂ ਪਹਿਲਾਂ ਹਵਾਈ ਦੌਰੇ ਹਵਾ 'ਚ ਹੁੰਦੇ ਸੀ, ਹੈਲੀਕਾਪਟਰਾਂ 'ਚ ਹੁੰਦੇ ਸੀ। ਸੋ ਘੱਟੋ ਘੱਟ ਇਸ ਬਾਰੇ ਵਾਲੇ ਐਮਐਲਏ ਜਾਂ ਮੰਤਰੀ ਜਾਂ ਮੁੱਖ ਮੰਤਰੀ ਧਰਾਤਲ ਤੇ ਨਜ਼ਰ ਤਾਂ ਆਏ। ਇਹਦੇ ਵਿੱਚ ਤਾਂ ਕੋਈ ਦੋ ਰਾਏ ਨਹੀਂ, ਤੁਸੀਂ ਇਸ ਗੱਲ ਤੋਂ ਮਨਫੀ ਨਹੀਂ ਹੋ ਸਕਦੇ। ਚਾਹੇ ਉਹ ਛਤਰੀਆਂ ਲੈ ਕੇ ਨਿਕਲੇ, ਚਾਹੇ ਉਹ ਬਰਸਾਤੀਆਂ ਪਾ ਕੇ ਨਿਕਲੇ, ਚਾਹੇ ਉਹ ਕੈਮਰੇ ਵਾਲੇ ਨਾਲ ਲੈ ਕੇ ਨਿਕਲੇ। ਇਹ ਵੱਖਰੀ ਗੱਲ ਹੈ ਕਿ ਇੱਕ ਐਮਐਲਏ ਦੀ ਵੀਡੀਓ ਵਾਇਰਲ ਹੋ ਰਹੀ ਹੈ, ਉਹ ਪਾਣੀ ਕੱਢ ਰਿਹਾ ਕਿ ਜੀ ਮੈਂ ਨਾਲੀ ਖੋਲ ਦੇਵਾਂ, ਤੇ ਜਿਹੜਾ ਬੰਦਾ ਵੀਡੀਓ ਬਣਾ ਰਿਹਾ ਉਹ ਸੁੱਕੇ 'ਚ ਖੜਾ। ਸੋ ਇਸ ਲਈ ਇਦਾਂ ਦੀ ਵੀ ਤਸਵੀਰਾਂ ਨੇ। ਪਰ ਦੂਸਰੇ ਪਾਸੇ ਉਹ ਤਸਵੀਰਾਂ ਵੀ ਨੇ ਕਿ ਖੁਦ ਟਰੈਕਟਰ ਚਲਾ ਕੇ ਐਮਐਲਏ, ਮਤਲਬ ਕਿ ਟਰੈਕਟਰ ਪੂਰਾ ਡੁੱਬਿਆ, ਐਮਐਲਏ ਖੁਦ ਗਲੇ ਤੱਕ ਦਿਖਦਾ ਪਰ ਉਹ ਲੋਕਾਂ ਨੂੰ ਕੱਢ ਕੇ ਲਿਆਇਆ। ਉਹ ਤਸਵੀਰਾਂ ਵੀ ਹੈਗੀਆਂ ਨੇ। ਬਿਲਕੁਲ ਬਿਲਕੁਲ। ਇੱਕ ਤਸਵੀਰ ਇਹ ਵੀ ਹੈਗੀ ਹੈ ਕਿ ਮੁੱਖ ਮੰਤਰੀ ਸਾਹਿਬ ਖੜੇ ਦੌਰਾ ਕਰ ਰਹੇ ਨੇ, ਅਧਿਕਾਰੀਆਂ ਨਾਲ ਗੱਲ ਕਰ ਰਹੇ ਨੇ, ਪਿੱਛੋਂ ਮੁਰਦਾਬਾਦ ਦੇ ਨਾਅਰੇ ਵੀ ਲੱਗ ਰਹੇ ਨੇ, ਉਹ ਆਵਾਜ਼ ਹੀ ਸੁਣਾਈ ਦਿੰਦੀ ਹੈ, ਕੈਮਰਾਮੈਨ ਉਧਰ ਨੂੰ ਕੈਮਰਾ ਨਹੀਂ ਘੁਮਾਉਂਦਾ। ਬੇਸ਼ੱਕ ਐਮਐਲਏ ਧਰਾਤਲ ਤੇ ਉਤਰੇ, ਬੇਸ਼ੱਕ ਮੁੱਖ ਮੰਤਰੀ ਧਰਾਤਲ ਤੇ ਉਤਰੇ, ਜਿਵੇਂ ਮੈਂ ਪਹਿਲਾਂ ਕਿਹਾ ਕਿ ਪਹਿਲੇ ਵਾਲੇ ਤਾਂ ਹਵਾ 'ਚ ਸਾਰ ਜਾਂਦੇ ਸੀ, ਇਹਨਾਂ ਦਾ ਧੰਨਵਾਦ ਕਿ ਧਰਤੀ ਤੇ ਆਏ। ਪਰ ਜੇ ਹੁਣ ਬਰਸਾਤ 'ਚ ਧਰਤੀ ਤੇ ਆਉਣ ਤੋਂ ਪਹਿਲਾਂ ਹਫ਼ਤਾ ਪਹਿਲਾਂ ਧਰਤੀ ਤੇ ਆ ਜਾਂਦੇ, ਹਫ਼ਤਾ ਪਹਿਲਾਂ ਅਧਿਕਾਰੀਆਂ ਨੂੰ ਪੁੱਛ ਲੈਂਦੇ, ਹਫ਼ਤਾ ਪਹਿਲਾਂ ਇਹਨਾਂ ਪ੍ਰਬੰਧਾਂ ਦੀ ਨਿਰੀਖਣ ਕਰ ਲੈਂਦੇ, ਜਾਂ ਹੁਣ ਵੀ ਇਹ ਵੀਡੀਓ ਬਣਾਉਣ ਦੀ ਬਜਾਏ, ਟਵੀਟ ਕਰਨ ਦੀ ਬਜਾਏ, ਰੀਲਾਂ ਬਣਾਉਣ ਦੀ ਬਜਾਏ, ਕੈਮਰੇ ਕੰਨੀ ਦੇਖ ਕੇ ਪੁੱਛ ਕੇ ਕਿ ਹਾਂ ਬਣ ਗਈ ਫੋਟੋ, ਇਹ ਕਰਨ ਦੀ ਬਜਾਏ ਜੇਕਰ ਆਪਣੇ ਦਫ਼ਤਰਾਂ 'ਚ ਬੈਠ ਕੇ ਸਹੀ ਭੂਮਿਕਾ ਨਿਭਾਉਣ ਤਾਂ ਮਿਲਦਾ ਜੇ ਸਰਕਾਰ ਬਣ ਕੇ ਕੰਮ ਕਰੇ ਤਾਂ ਇਹ ਸਥਿਤੀ ਨਾਲ ਆਸਾਨੀ ਨਾਲ ਨਜਿੱਠਿਆ ਜਾ ਸਕਦਾ। ਹਾਂ, ਸਥਿਤੀ ਅਜੇ ਖਤਮ ਨਹੀਂ ਹੋਈ ਜਤਿੰਦਰ ਜੀ। ਇਹ ਇੰਨਾ ਕੰਮ ਸਾਰ ਕੇ ਨਹੀਂ ਹੋਣਾ ਕਿ ਮੰਤਰੀ ਆ ਕੇ ਚਲੇ ਗਏ, ਫੋਟੋ ਖਿੱਚ ਕੇ ਚਲੇ ਗਏ ਜਾਂ ਤੁਹਾਨੂੰ ਪੁੱਛ ਕੇ ਚਲੇ ਗਏ। ਸਥਿਤੀ ਤਾਂ ਹੁਣ ਜੇ ਮੀਂਹ ਹਟ ਗਿਆ, ਧੁੱਪ ਨਿਕਲ ਆਈ, ਅੱਧੇ ਮਕਾਨ ਤਾਂ ਹੁਣ ਡਿੱਗਣਗੇ ਜਿਨ੍ਹਾਂ ਦੀ ਕਮਜ਼ੋਰ ਨੇ ਧੁੱਪ ਤੋਂ ਬਾਅਦ, ਜਿਨ੍ਹਾਂ 'ਚ ਤਰੇੜਾਂ ਆ ਗਈਆਂ, ਪਾੜ ਪੈ ਗਿਆ, ਉਹ ਮਕਾਨ ਹੁਣ ਡਿੱਗਣੇ ਆ। ਦੂਸਰੇ ਪਾਸੇ ਜਿਨ੍ਹਾਂ ਦੇ ਫਸਲਾਂ ਹੜੀਆਂ, ਕੁਆਂਟਲਾਂ ਦੇ ਹਿਸਾਬ ਨਾਲ, ਮਤਲਬ ਕਿ ਪਿਆਜ਼ ਹੜਦੇ ਦੇਖੇ ਗਏ ਹੈ ਨਾ, ਘਰਾਂ ਦੇ ਵਿੱਚ ਜਿਵੇਂ ਪਾਣੀ ਵੜਿਆ, ਰੱਖਿਆ ਹੋਇਆ ਅਨਾਜ ਜਿਵੇਂ ਖਰਾਬ ਹੋਇਆ, ਉਹ ਆਪਾਂ ਦੇਖਿਆ। ਸੋ ਸਾਰੇ ਵਰਤਾਰੇ ਦੇ ਨਾਲ ਪਸ਼ੂ ਧਨ ਜਿਹੜਾ ਬਰਬਾਦ ਹੋਇਆ, ਪਸ਼ੂ ਧਨ ਦੀ ਜਿਹੜੀ ਮੌਤ ਹੋਈ, ਉਹ ਆਪਣੇ ਆਪ ਚੱਕ ਕੇ ਪਸ਼ੂ ਕਿੱਲਿਆਂ ਨਾਲ ਬੰਨੇ ਰਹਿ ਗਏ ਉੱਥੇ ਜਾਂ ਹੜ ਗਏ। ਸੋ ਉਹ ਸਾਰਾ ਜਿਹੜਾ ਭਰਪਾਈ ਆ ਉਹ ਕਿੱਥੋਂ ਹੋਣੀ ਹੈ? ਉਹਨਾਂ ਦਾ ਰੁਜ਼ਗਾਰ, ਧੰਦਾ, ਕਾਰੋਬਾਰ, ਚੁੱਲ੍ਹਾ ਜਿਨ੍ਹਾਂ ਦੇ ਤੋਂ ਚੱਲਦਾ ਉਹਦੇ ਲਈ। ਫਿਰ ਇਸ ਤੋਂ ਵੀ ਬੜਾ ਪਹਿਲੂ ਕਿ ਜਿਹੜੇ ਹੁਣ ਪਸ਼ੂ ਮਰੇ, ਕੁੱਤੇ, ਬਿੱਲੇ, ਜਾਨਵਰ, ਮੈਸਾਂ, ਗਾਈਆਂ ਮਰੀਆਂ, ਉਹ ਤੋਂ ਬਾਅਦ ਜਿਹੜੀ ਬਿਮਾਰੀ ਫੈਲਣੀ ਹੈ, ਜਾਂ ਉਹ ਪਾਣੀ ਜਿਹੜਾ ਗੰਦਾ ਇਕੱਠਾ ਹੋਇਆ ਘਰਾਂ 'ਚ ਪੜਿਆ, ਉਹ ਤੋਂ ਬਾਅਦ ਜਿਹੜੀ ਬਿਮਾਰੀ ਫੈਲਣੀ ਆ, ਉਹਦੇ ਲਈ ਅਗਲੇ ਕੀ ਹੀਲੇ ਨੇ? ਹੁਣ ਕੀ ਉਹ ਮੁਹੱਲਾ ਕਲੀਨਿਕ ਸਾਰਥਕ ਹੋ ਜਾਣਗੇ? ਕੀ ਉਹਨਾਂ ਨਾਲ ਭਰਪਾਈ ਹੋ ਜੂਗੀ? ਜਾਂ ਉਹ ਵੀ ਡੱਬੇ ਲੈ ਕੇ ਹੁਣ ਆਪ ਫਿਰਨਾ ਐਮਐਲਏ ਮੰਤਰੀਆਂ ਨੇ? ਜਾਖੜ ਕਹਿੰਦਾ ਮੈਂ ਵੀ ਛਤਰੀ ਚੱਕੀ ਆ, ਕਾਂਗਰਸੀ ਕਹਿੰਦੇ ਅਸੀਂ ਵੀ ਫਿਰ ਰਹੇ ਹਾਂ, ਅਕਾਲੀ ਕਹਿੰਦੇ ਸਾਨੂੰ ਵੀ ਬਹੁਤ ਦੁੱਖ ਹੈ। ਇਹਦੇ ਵਿੱਚ ਕੋਈ ਸ਼ੱਕ ਨਹੀਂ। ਇੱਕ ਵਾਰ ਫਿਰ ਸ਼੍ਰੋਮਣੀ ਕਮੇਟੀ ਸਾਹਮਣੇ ਆਈ ਆ, ਇੱਕ ਵਾਰ ਫਿਰ ਸ਼੍ਰੋਮਣੀ ਕਮੇਟੀ ਨੇ ਹੁਣ ਆਉਣ ਨਾ ਉਹ ਜਿਹੜੇ ਪੁੱਠੇ ਸਿੱਧੇ ਰੰਗਾਂ ਦੇ ਕੱਪੜੇ ਪਾ ਕੇ, ਬਾਹਾਂ ਉੱਪਰ ਕਰਕੇ, ਵੀਡੀਓ ਬਣਾ ਕੇ, ਕਾਲੀਆਂ ਐਨਕਾਂ ਲਾ ਕੇ ਵੀਡੀਓ ਪਾਉਂਦੇ ਰਹਿੰਦੇ ਨੇ, ਨਾਅਰੇ ਲਾ ਗੀਤਾਂ ਲਾ ਕੇ, ਰੀਲਾਂ ਬਣਾ ਕੇ, ਉਹ ਕਿੱਥੇ ਨੇ? ਬਿਲਕੁਲ। ਸੋ ਪੁੱਠੇ ਸਿੱਧੇ ਕਮੈਂਟ ਕਰਨ ਵਾਲੀਆਂ ਧਿਰਾਂ ਕਿੱਥੇ ਨੇ ਅੱਜ? ਚਾਹੇ ਸਿੱਖ ਸੰਗਠਨ ਨੇ, ਚਾਹੇ ਗੁਰਦੁਆਰਾ ਕਮੇਟੀਆਂ ਨੇ, ਚਾਹੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ, ਚਾਹੇ ਪਿੰਡਾਂ ਦੇ ਕਲੱਬ ਨੇ, ਚਾਹੇ ਪਿੰਡਾਂ ਦੀਆਂ ਪੰਚਾਇਤਾਂ ਨੇ, ਚਾਹੇ ਸਥਾਨਕ ਲੋਕ ਨੇ, ਤੇ ਚਾਹੇ ਸ਼੍ਰੋਮਣੀ ਕਮੇਟੀ ਆ, ਉਹ ਫਿਰ ਡਟੀ ਆ। ਬਿਲਕੁਲ। ਸੋ ਇਸ ਲਈ ਇਹਨਾਂ ਸਾਰੀਆਂ ਸੰਸਥਾਵਾਂ ਦਾ ਧੰਨਵਾਦ ਹੈ, ਸਰਕਾਰ ਦੇ ਬਰਾਬਰ ਕੰਮ ਕਰ ਰਹੀਆਂ ਨੇ, ਸਰਕਾਰ ਤੋਂ ਵੱਧ ਕੇ ਕੰਮ ਕਰ ਰਹੀਆਂ ਨੇ। ਸੋ ਇਸ ਲਈ ਕਦੇ ਕਹਿੰਦੇ ਨੇ ਜੀ ਗੋਲਕਾਂ ਚੱਕ ਲਓ ਇਹਨਾਂ ਤੋਂ, ਜੀ ਗੋਲਕਾਂ ਲੈ ਲਓ, ਕਿ ਭਾਈ ਜਿਹੜੀ ਸੇਵਾ ਇਹ ਨਿਭਾ ਸਕਦੇ ਨੇ ਉਹ ਇਹੀ ਨਿਭਾ ਸਕਦੇ ਨੇ। ਖਾਲਸਾ ਏਡ ਖੁੱਲ ਕੇ ਨਿਤਰੀ ਹੈ ਮੈਦਾਨ 'ਚ।
ਸੋ ਇਸ ਲਈ ਉਸ ਤਰ੍ਹਾਂ ਉਹਨਾਂ ਦੇ ਯੋਗਦਾਨ ਨੂੰ ਕਿਵੇਂ ਮਨਫੀ ਕਰ ਦੋਗੇ? ਬਿਲਕੁਲ। ਸੋ ਲੋਕਾਂ ਦੇ ਲਈ ਉਹ ਇੱਕ ਰੱਬ ਬਣ ਕੇ ਆਏ ਨੇ ਫਿਰ, ਤੇ ਪਰ ਅਜੇ ਪੰਜਾਬ ਦੀ ਜਾਂ ਉੱਤਰੀ ਭਾਰਤ ਦੀ ਸਮੱਸਿਆ ਹੱਲ ਨਹੀਂ ਹੋਈ ਜਤਿੰਦਰ ਜੀ। ਇੱਕ ਪਾਸੇ ਆਉਣ ਵਾਲੇ ਅਗਲੇ 2 ਦਿਨ ਫਿਰ ਖਤਰਾ ਦੱਸਿਆ ਜਾ ਰਿਹਾ, ਸ਼ਨੀ ਐਤਵਾਰ ਨੂੰ ਫਿਰ ਅਗਲੇ ਦਿਨਾਂ 'ਚ ਵੀ ਮੀਂਹ, ਅਗਲੇ 4-5 ਦਿਨ ਇੱਕ ਵਾਰ ਫਿਰ ਮਤਲਬ ਕਿ ਚੁਣੌਤੀ ਭਰੇ ਹੈਗੇ ਨੇ। ਸੋ ਪਰ ਭਾਰਤ ਸਰਕਾਰ ਕਹਿੰਦੀ ਜੀ ਅਸੀਂ ਹਿਮਾਚਲ ਵਾਲੇ ਮੰਤਰੀ ਨਾਲ ਗੱਲ ਕਰ ਲਈ, ਅਸੀਂ ਉੱਤਰਾਖੰਡ ਵਾਲੇ ਮੁੱਖ ਮੰਤਰੀ ਨਾਲ ਗੱਲ ਕਰ ਲਈ, ਪੰਜਾਬ ਸਰਕਾਰ ਨੇ ਜੀ ਸਾਨੂੰ ਰਿਪੋਰਟ ਦੇਤੀ। ਸੋ ਇਹ ਫੋਨਾਂ ਤੇ ਸਾਰੀ ਜਾਣਗੇ। ਸੋ ਜੇਕਰ ਸਰਕਾਰਾਂ ਸਰਕਾਰ ਬਣ ਕੇ ਕੰਮ ਕਰਨ, ਪ੍ਰਚਾਰਕ ਬਣ ਕੇ ਨਾ ਕੰਮ ਕਰਨ, ਤਾਂ ਸ਼ਾਇਦ ਕੁਝ ਚੰਗਾ ਪ੍ਰਬੰਧ ਹੋ ਸਕਦਾ ਸੀ। ਪੰਜਾਬ ਦੇ ਮੂਹਰੇ ਵੱਡੀ ਚੁਣੌਤੀ ਖੜੀ ਹੈ, ਔਰ ਇਹ ਮਨੁੱਖੀ ਆਪਣੀਆਂ ਕਰਤੂਤਾਂ ਦਾ ਨਤੀਜਾ ਹੈ ਕਿ ਇਹ ਇਕੱਲਾ ਕੁਦਰਤੀ ਆਫਤ ਨਹੀਂ ਹੈ, ਇਹ ਮਨੁੱਖ ਦੀ ਸਿਹੜੀ ਔਰ ਗਲਤੀਆਂ ਦਾ ਨਤੀਜਾ ਹੈ ਕਿ ਅੱਜ ਪੰਜਾਬ ਜਾਂ ਉੱਤਰੀ ਭਾਰਤ ਇਸ ਦੁੱਖ ਦੀ ਘੜੀ ਚੋਂ ਲੰਘ ਰਿਹਾ। ਬਿਲਕੁਲ ਬਿਲਕੁਲ। ਤਾਂ ਦੀਪ ਜੀ, ਸਰਕਾਰਾਂ ਦੀ ਤੁਸੀਂ ਗੱਲਬਾਤ ਕਰ ਰਹੇ ਹੋ, ਕਹਿੰਦੇ ਕਿ ਹੁਣ ਸਰਕਾਰ ਨਵੀਂ ਸਿੱਖਿਆ ਨੀਤੀ ਲਿਆ ਰਹੀ ਹੈ ਜਿਸ ਦੇ ਨਾਲ ਬੱਚਿਆਂ ਦਾ ਵਿਕਾਸ ਤੇਜ਼ੀ ਦੇ ਨਾਲ ਹੋਵੇਗਾ। ਪਹਿਲਾਂ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਹੀ ਸਮੈਸਟਰ ਸਿਸਟਮ ਰਾਹੀਂ ਪੜ੍ਹਾਈ ਕਰਵਾਈ ਜਾਂਦੀ ਸੀ, ਪਰ ਹੁਣ ਸਕੂਲਾਂ ਦੇ ਵਿੱਚ ਵੀ ਇਹ ਸਿਸਟਮ ਲਾਗੂ ਹੋਣ ਜਾ ਰਿਹਾ ਹੈ। ਕਿਵੇਂ ਵੇਖਦੇ ਹੋ ਸਰਕਾਰ ਦੀ ਇਸ ਸਿੱਖਿਆ ਨੀਤੀ ਨੂੰ? ਬਿਲਕੁਲ ਜੀ, ਕੇਂਦਰ ਸਰਕਾਰ ਵੱਲੋਂ 2020 ਦੇ ਵਿੱਚ ਇੱਕ ਜਿਹੜਾ ਰੋਡ ਮੈਪ ਸਾਹਮਣੇ ਲਿਆਂਦਾ ਗਿਆ ਸੀ, ਜਿਸ ਨੂੰ ਲੈ ਕੇ ਸਿੱਖਿਆ ਮਾਹਿਰਾਂ ਨੇ ਕਈ ਤਰ੍ਹਾਂ ਦੇ ਸਵਾਲ ਵੀ ਖੜੇ ਕੀਤੇ ਨੇ। ਜੋ ਪੱਖ ਆਉਣੇ ਬਾਕੀ ਨੇ, ਅਜੇ ਤਾਂ ਸਰਕਾਰ ਦੇ ਹਵਾਲੇ ਨਾਲ ਜਾਂ ਮੀਡੀਆ ਰਿਪੋਰਟਾਂ ਦੇ ਹਵਾਲੇ ਨਾਲ ਉਹ ਪੱਖ ਸਾਹਮਣੇ ਆ ਰਿਹਾ ਜਿਹੜਾ ਲੱਗਦਾ ਕਿ ਬੜੀ ਚੰਗੀ ਨੀਤੀ ਹੈ। ਸੋ ਜੇਕਰ ਮੈਂ ਇਸ ਦੇ ਹਵਾਲੇ ਨਾਲ ਗੱਲ ਕਰਾਂ ਤਾਂ ਜਿਹੜੀ ਨਵੀਂ ਸਿੱਖਿਆ ਨੀਤੀ ਲਿਆਂਦੀ ਗਈ ਹੈ, NEP ਹੈ ਨਾ, ਨਿਊ ਰਾਸ਼ਟਰੀ ਸਿੱਖਿਆ ਨੀਤੀ ਕਹਿੰਦੇ ਜੀ ਇਹਨੂੰ। ਸੋ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਜਿਹੜੀ ਕੇਂਦਰ ਸਰਕਾਰ ਲੈ ਕੇ ਆ ਰਹੀ ਹੈ, ਇਹਨੇ 2024-25 ਵਾਲਾ ਜਿਹੜਾ ਸਾਡਾ ਮਤਲਬ ਵਿਦਿਅਕ ਸੈਸ਼ਨ ਆਉਣਾ ਹੈ, ਉਹ ਤੋਂ ਇਹਨੇ ਇੱਕ ਤਰ੍ਹਾਂ ਦਾ ਅਮਲੀ ਜਾਮਾ ਪਹਿਨਾ ਹੋਣਾ। ਸੋ ਇਹ ਬਿਲਕੁਲ ਜੀ ਸਮੈਸਟਰ ਸਿਸਟਮ ਜਿਹੜਾ ਸਕੂਲਾਂ ਦੇ ਵਿੱਚ ਜਾਂ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਹੁੰਦਾ ਹੈ ਕਿ ਹਾਂ 1 ਸਾਲ ਦੀ ਪੜ੍ਹਾਈ 6-6 ਮਹੀਨੇ ਦੀ ਕਰਕੇ ਹੁੰਦੀ ਹੈ। ਸੋ ਉਸ ਤਰ੍ਹਾਂ ਦਾ ਸਮੈਸਟਰ ਸਿਸਟਮ ਹੁਣ ਸਕੂਲਾਂ ਦੇ ਵਿੱਚ, ਦੇਸ਼ ਦੇ ਭਾਰਤ ਦੇ ਸਕੂਲਾਂ ਦੇ ਵਿੱਚ ਲਾਗੂ ਕਰਨ ਜਾ ਰਹੇ ਨੇ, ਖਾਸ ਕਰ 9ਵੀਂ ਤੋਂ ਲੈ ਕੇ 12ਵੀਂ ਤੱਕ। ਕਹਿੰਦੇ ਜੀ 9ਵੀਂ ਤੋਂ ਲੈ ਕੇ 12ਵੀਂ ਤੱਕ ਦੇ ਜਿਹੜੇ ਜਵਾਕ ਨੇ ਉਹਨਾਂ ਦੇ ਇੱਕ ਕਲਾਸ ਦੇ ਵਿੱਚ 2-2 ਵਾਰ ਪੇਪਰ ਹੋਣਗੇ, ਮਤਲਬ 6-6 ਮਹੀਨੇ ਬਾਅਦ ਪੇਪਰ ਹੋਣਗੇ। ਔਰ ਇਸ ਤਰ੍ਹਾਂ ਇੱਕ ਕਲਾਸ ਮਤਲਬ 2 ਪੇਪਰਾਂ ਦੇ ਤਹਿਤ 2 ਸਮੈਸਟਰਾਂ ਦੇ ਰੂਪ ਚ ਵੰਡੀ ਜਾਣੀ, ਔਰ 9ਵੀਂ ਤੋਂ 12ਵੀਂ ਤੱਕ ਦੀ ਪੜ੍ਹਾਈ ਇਸ ਤਰ੍ਹਾਂ ਹੋਣੀ। ਔਰ ਇਹ 2024-25 ਤੋਂ ਇਹ ਸਮੈਸਟਰ ਸਿਸਟਮ ਸ਼ੁਰੂ ਹੋ ਜਾਣਾ ਹੈ। ਇਸ ਤੋਂ ਵੀ ਜਿਹੜਾ ਖਾਸ ਪਹਿਲੂ ਇਹ ਰੱਖਿਆ ਕਿ ਅਸੀਂ ਘੱਟੋ ਘੱਟ 150 ਵਿਸ਼ਿਆਂ ਦਾ ਬਦਲ ਲੈ ਕੇ ਆ ਰਹੇ ਹਾਂ। ਸੋ ਕਹਿੰਦੇ ਕਿਤਾਬਾਂ ਤਿਆਰ ਨੇ ਜੀ। ਅੱਗੇ ਪਹਿਲਾਂ ਜਦੋਂ ਵਿਦਿਆ ਨੀਤੀ ਬਣੀ ਸੀ, ਸਿੱਖਿਆ ਨੀਤੀ ਬਣੀ ਸੀ, ਤਾਂ ਕਿਤਾਬਾਂ ਬਹੁਤ ਲੇਟ ਛਪੀਆਂ, ਅਸੀਂ ਕਿਤਾਬਾਂ ਤਿਆਰ ਕਰ ਲਈਆਂ, ਸਾਰਾ ਕੁਝ ਸਾਡੇ ਕੋਲ ਪ੍ਰਬੰਧ। ਹੁਣ ਇਹਦੇ ਵਿੱਚ ਇਹ ਕਹਿੰਦੇ ਜੀ ਕਿ ਖਾਸ ਕਰਕੇ ਛੋਟੇ ਜਵਾਕਾਂ ਦੇ ਲਈ ਹੁਣ ਖੇਡਾਂ ਵਾਲਾ ਮਾਹੌਲ ਹੋਊਗਾ, ਖੇਡ ਵਿਦਿਆ ਨਾਲੋਂ ਪੜ੍ਹਨਗੇ, ਖੇਡ ਤਰੀਕੇ ਨਾਲੋਂ ਪੜ੍ਹਨਗੇ, ਝੋਲਾ ਲੈ ਕੇ ਬੈਗ ਲੈ ਕੇ ਸਕੂਲ ਜਾਣ ਦੀ ਲੋੜ ਨਹੀਂ। ਸੋ ਇਹਦੇ ਵਿੱਚ ਜਿਹੜੀ ਖਾਸ ਗੱਲ ਉਹਨਾਂ ਨੇ ਕੀਤੀ ਹੈ ਜੀ, ਉਹ ਕਹਿੰਦੇ ਕਿ 3 ਤੋਂ ਲੈ ਕੇ 12ਵੀਂ ਤੱਕ, ਮਤਲਬ ਤੀਜੀ ਜਮਾਤ ਤੋਂ ਲੈ ਕੇ 12ਵੀਂ ਜਮਾਤ ਤੱਕ ਲਗਭਗ 10 ਕਲਾਸਾਂ ਬਣਦੀਆਂ ਨੇ ਜਿਨ੍ਹਾਂ ਦੇ ਲਈ ਇਹ ਸਿੱਖਿਆ ਨੀਤੀ ਲਾਗੂ ਹੋਣ ਜਾ ਰਹੀ ਹੈ। ਪਰ ਇਸ ਤੋਂ ਵੀ ਪਹਿਲਾਂ ਜਿਹੜੇ 8 ਸਾਲ ਤੱਕ ਦੇ ਜਵਾਕ ਨੇ, ਮਤਲਬ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਸ਼ੁਰੂਆਤੀ ਜਵਾਕਾਂ ਦਾ ਬਚਪਨ ਹੈ ਜਿਹੜਾ ਸਕੂਲ ਦੇ ਵਿੱਚ, ਉਹਦੇ ਲਈ ਬੈਗ ਤੋਂ ਮੁਕਤੀ ਹੈ ਜੀ ਇਹ ਸਿੱਖਿਆ ਨੀਤੀ ਦੇ ਵਿੱਚ। ਝੋਲਾ ਲੈ ਕੇ ਜਾਣ ਦੀ ਲੋੜ ਨਹੀਂ ਪੈਣੀ ਉਹਨਾਂ ਨੂੰ। ਉਹਦੇ ਲਈ ਕਹਿੰਦੇ ਜੀ ਅਚੇਚੇ ਤੌਰ ਦੇ ਉੱਤੇ 53 ਕਿਸਮ ਦੀਆਂ ਖੇਡਾਂ ਹੈ ਨਾ, ਚਾਹੇ ਉਹਦੇ ਵਿੱਚ ਪੇਂਟਿੰਗ ਹੈ, ਚਾਹੇ ਖਿਡੌਣੇ ਨੇ, ਚਾਹੇ ਉਹਦੇ ਵਿੱਚ ਕਲਾਕਾਰੀ ਹੈ, ਚਾਹੇ ਉਹ ਮਤਲਬ ਮਿੱਟੀ ਨਾਲ ਚੀਜ਼ਾਂ ਬਣਾਉਣੀਆਂ ਨੇ ਬੱਚਿਆਂ ਨੇ, ਜਾਂ ਮਤਲਬ ਕਿ ਕੁਝ ਬਣਾ ਕੇ ਗੱਤੇ ਨਾਲ ਜੋੜ ਕੇ, ਇਹੀ ਜਿਹੀਆਂ ਖੇਡਾਂ 53 ਕਿਸਮ ਦੀਆਂ ਖੇਡਾਂ ਨੂੰ ਆਜ਼ਾਦ ਕੀਤਾ, ਜਿਹਦੇ ਨਾਲ ਕਹਿੰਦੇ ਕਿ ਬੱਚਿਆਂ ਨੂੰ। ਪਰ ਨਾਲ ਦੀ ਨਾਲ ਇਹਦੇ ਵਿੱਚ ਕਹਿੰਦੇ ਇਹ ਪਹਿਲ ਕਦਮੀ ਵੀ ਕੀਤੀ ਹੈ ਕਿ ਘੱਟੋ ਘੱਟ 8 ਸਾਲ ਤੱਕ ਦੇ ਜਵਾਕ ਜਦੋਂ ਇਹ ਪੜ੍ਹਨ ਸ਼ੁਰੂਆਤੀ ਦੌਰ ਦੇ ਵਿੱਚ, ਤਾਂ ਉਹਨਾਂ ਨੂੰ ਸਿਰਫ 2 ਕਿਤਾਬਾਂ ਤੋਂ ਪੜ੍ਹਨਾ ਪਵੇ, ਇੱਕ ਭਾਸ਼ਾ ਤੇ ਇੱਕ ਹਿਸਾਬ ਵਿਸ਼ਾ ਤੇ ਭਾਸ਼ਾ ਦਾ ਵਿਸ਼ਾ। 2 ਵਿਸ਼ਿਆਂ ਨਾਲ ਕਹਿੰਦੇ ਉਹਨਾਂ ਦੀ ਪੜ੍ਹਾਈ ਕਰਾਵਾਂਗੇ, ਇਹ ਤੋਂ ਵੱਧ ਕੁਝ ਨਹੀਂ। ਤੇ ਇਸੇ ਤਰ੍ਹਾਂ ਕਹਿੰਦੇ ਜਦੋਂ 5ਵੀਂ ਤੱਕ ਦੀ ਪੜ੍ਹਾਈ ਬੱਚਾ ਕਰੂਗਾ ਤਾਂ ਘੱਟੋ ਘੱਟ ਉਹ ਆਪਣੀ ਮਾਂ ਬੋਲੀ, ਆਪਣੀ ਖੇਤਰੀ ਭਾਸ਼ਾ 'ਚ ਕਰੂਗਾ। ਸੋ ਇਹ ਹੁਣ ਦੇਖਣ ਵਾਲੀ ਗੱਲ ਹੈ ਜੀ, ਕਿਤੇ ਕੱਲ ਨੂੰ ਇਹ ਖਤਰਾ ਖੜਾ ਕਿ ਖੇਤਰੀ ਭਾਸ਼ਾ ਕਿਤੇ ਕੱਲ ਨੂੰ ਸਾਰਿਆਂ ਨੂੰ ਹਿੰਦੀ ਵਾਲੇ ਥੈਲੇ 'ਚ ਤਾਂ ਨਹੀਂ ਪਾ ਲੈਣਗੇ। ਸੋ ਜਿਹੜੀ ਗੱਲ ਕਦੇ ਅਮਿਤ ਸ਼ਾਹ ਕਹਿੰਦੇ ਰਹੇ ਨੇ, ਜਾਂ ਸੱਚਮੁੱਚ ਹਰੇਕ ਸੂਬੇ ਦੀ ਆਪਣੀ ਬੋਲੀ ਨੂੰ ਮਾਨਤਾ ਮਿਲੂਗੀ, ਇਹ ਦੇਖਣ ਵਾਲੀ ਗੱਲ ਹੋਊਗੀ। ਇਸੇ ਤਰ੍ਹਾਂ ਬੜੀਆਂ ਜਮਾਤਾਂ ਦੇ ਹਵਾਲੇ ਨਾਲ ਜਿਵੇਂ ਆਪਾਂ ਗੱਲ ਕੀਤੀ ਕਿ 9ਵੀਂ ਤੋਂ ਲੈ ਕੇ 12ਵੀਂ ਜਮਾਤ ਤੱਕ ਦੇ ਸਮੈਸਟਰ ਵਾਈਜ਼ ਪੜ੍ਹਾਈ ਹੋਊਗੀ। ਪਰ ਖਾਸ ਗੱਲ ਇਹ ਹੈ ਕਿ ਜਦੋਂ 9ਵੀਂ ਕਲਾਸ ਵਾਲਾ ਬੱਚਾ ਪੇਪਰ ਦਊਗਾ ਤਾਂ ਉਹਦੇ ਨੰਬਰ 10ਵੀਂ 'ਚ ਵੀ ਦਾਖਲ ਹੋਣੇ ਨੇ, 10ਵੀਂ ਵਾਲੇ ਨੰਬਰ 11ਵੀਂ ਨਾਲ ਜੁੜਨੇ ਨੇ, 11ਵੀਂ ਵਾਲੇ ਨੰਬਰ 12ਵੀਂ ਨਾਲ ਜੁੜਨੇ ਨੇ। ਸੋ ਇਹਨਾਂ ਚਾਰਾਂ ਨੂੰ ਮਿਲਾ ਕੇ ਇੱਕ ਵੱਖਰਾ ਰਿਪੋਰਟ ਕਾਰਡ ਤਿਆਰ ਹੋਊਗਾ। ਸੋ ਨਵੀਂ ਸਿੱਖਿਆ ਨੀਤੀ ਦੇ ਹਵਾਲੇ ਨਾਲ ਅਜੇ ਚੰਗੇ ਪੱਖ ਮੀਡੀਆ ਦੇ ਹਵਾਲੇ ਨਾਲ, ਸਰਕਾਰ ਦੇ ਹਵਾਲੇ ਨਾਲ ਸਾਹਮਣੇ ਆਏ ਨੇ, ਪਰ ਇਹਦੀਆਂ ਕੁਝ ਊਣਤਾਈਆਂ ਤੇ ਸਵਾਲ, ਕੁਝ ਤਕਨੀਕੀ ਖਾਮੀਆਂ ਤੇ ਸਵਾਲ ਆਉਂਦੇ ਦਿਨਾਂ ਸਾਹਮਣੇ ਆਉਣਗੇ। ਫਿਰ ਆਪਾਂ ਉਹਦੇ ਪਰ ਵੀ ਚਰਚਾ ਕਰਾਂਗੇ।
ਬਿਲਕੁਲ ਬਿਲਕੁਲ। ਤਾਂ ਦੀਪ ਜੀ, ਜੇਕਰ ਬੰਦੇ ਭਾਰਤ ਟ੍ਰੇਨ ਦੀ ਗੱਲਬਾਤ ਕੀਤੀ ਜਾਵੇ ਤਾਂ ਪਹਿਲਾਂ ਉਹ ਨੀਲੇ ਰੰਗ ਦੀ ਸੀ, ਪਰ ਹੁਣ ਉਸ ਦੇ ਰੰਗ ਦੇ ਵਿੱਚ ਤਬਦੀਲੀ ਕੀਤੀ ਗਈ ਹੈ। ਨੀਲੇ ਰੰਗ ਤੋਂ ਭਗਵਾ ਰੰਗ ਉਸ ਨੂੰ ਦਿੱਤਾ ਗਿਆ। ਤਾਂ ਇਸ ਰੰਗ ਬਦਲਣ ਦੇ ਪਿੱਛੇ ਵੀ ਕਿਹਾ ਜਾ ਰਿਹਾ ਹੈ ਕਿ ਸਰਕਾਰ ਦੀ ਕੀ ਮਨਸ਼ ਹੈ, ਕਿਉਂਕਿ 28ਵਾਂ ਜਿਹੜਾ ਰੈਂਕ ਹੈ ਉਹ ਭਗਵੇਂ ਰੰਗ ਦਾ ਕੀਤਾ ਗਿਆ। ਕਾਫੀ ਸਵਾਲ ਉੱਠ ਰਹੇ ਨੇ ਰੰਗ ਨੂੰ ਲੈ ਕੇ, ਤੁਸੀਂ ਕਿਵੇਂ ਦੇਖਦੇ ਹੋ? ਬਿਲਕੁਲ ਉੱਠਣਗੇ ਜੀ। ਭਾਜਪਾ ਇਸ ਨੂੰ ਭਗਵਾ ਰੰਗ ਦੇਣ ਦੇ ਪਿੱਛੇ ਵੋਟ ਸਿਆਸਤ ਹੈ। ਇਹ 2024 ਦੀ ਵੋਟ ਦਾ ਰੰਗ ਹੈ। ਅਸਲ ਵਿੱਚ ਕੀ ਹੈ ਕਿ ਜਦੋਂ ਬੰਦੇ ਭਾਰਤ ਟ੍ਰੇਨ ਆਈ ਜਾਂ ਰੇਲ ਗੱਡੀ ਆਈ ਤਾਂ ਇਸ ਮੌਕੇ ਦੇਸ਼ ਦੇ ਵਿੱਚ 25 ਰੇਲ ਗੱਡੀਆਂ ਟਰੈਕ ਤੇ ਚੱਲ ਰਹੀਆਂ ਨੇ ਤੇ 2 ਰੇਲ ਗੱਡੀਆਂ ਨੇ ਰਿਜ਼ਰਵ ਰੱਖੀਆਂ ਹੋਈਆਂ, ਮਤਲਬ 27 ਬੰਦੇ ਭਾਰਤ ਟ੍ਰੇਨ ਨੇ। ਪਰ ਜਿਹੜੀ 28ਵੀਂ ਰੇਲ ਗੱਡੀ ਆ ਉਹ ਚੇਨਈ ਦੇ ਜਿਹੜਾ ਰੇਲ ਕੋਚ ਫੈਕਟਰੀ ਆ ਉੱਥੇ ਤਿਆਰ ਖੜੀ ਹੈ ਜੀ। ਤੇ ਅਚੇਚੇ ਤੌਰ ਤੇ ਉਹਦਾ ਰੰਗ ਬਿਲਕੁਲ ਪਹਿਲੀਆਂ ਜਿਹੜੀਆਂ 25 ਚੱਲ ਰਹੀਆਂ ਨੇ ਜਾਂ 2 ਰਿਜ਼ਰਵ ਨੇ ਉਹਨਾਂ ਦੇ ਉੱਤੇ ਚਿੱਟਾ ਰੰਗ ਵੱਡੀ ਤਾਦਾਦ ਦੇ ਵਿੱਚ ਹੈ ਤੇ ਨੀਲੀ ਉਹਦੇ ਉੱਪਰ ਪੱਟੀ ਹੈ ਜੀ। ਪਰ ਹੁਣ ਜਿਹੜੀ 28ਵੀਂ ਰੇਲ ਤਿਆਰ ਕੀਤੀ ਆ ਇਹਦੇ ਵਿੱਚ ਵੱਡੀ ਤਾਦਾਦ ਦੇ ਵਿੱਚ ਬਹੁਤ ਮਤਲਬ ਕਿ ਜ਼ਿਆਦਾ ਥਾਂ ਦੇ ਉੱਤੇ ਭਗਵਾ ਰੰਗ ਹੈ ਤੇ ਵਿੱਚ ਚਿੱਟੀ ਛੋਟੀ ਜਿਹੀ ਪੱਟੀ ਹੈ। ਸੋ ਉਲਟਾ ਹੋ ਗਿਆ ਮਤਲਬ। ਸੋ ਭਗਵਾ ਰੰਗ ਨੂੰ ਭਾਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਸਾਡੇ ਰੇਲ ਮੰਤਰੀ ਕਹਿੰਦੇ ਨਹੀਂ ਜੀ, ਇਹ ਅਸੀਂ ਰਾਸ਼ਟਰੀ ਤਿਰੰਗੇ ਤੋਂ, ਆਪਣੇ ਦੇਸ਼ ਦੇ ਤਿਰੰਗੇ ਝੰਡੇ ਤੋਂ ਪ੍ਰਭਾਵਿਤ ਹੋ ਕੇ ਇਹ ਰੰਗ ਲਿਆਂਦਾ। ਸੋ ਹੋ ਸਕਦਾ ਜੀ ਤਿਰੰਗੇ ਤੋਂ ਪ੍ਰਭਾਵਿਤ ਹੋਏ ਹੋਣ, ਪਰ ਇਹ ਭੁੱਲ ਗਏ ਕਿ ਤਿਰੰਗੇ ਦਾ ਮਤਲਬ 3 ਰੰਗ ਹੁੰਦਾ ਤੇ 3 ਰੰਗਾਂ ਦੇ ਵਿੱਚੋਂ ਹਰਾ ਰੰਗ ਕਿਉਂ ਭੁੱਲ ਗਏ ਜਨਾਬ? ਫਿਰ ਇਹਦਾ ਮਤਲਬ ਕੋਈ ਮਨਸ਼ਾ ਖੜੀ ਆ ਪਿੱਛੇ ਇਸ ਰੰਗ ਪਿੱਛੇ ਕਿ ਉਸ ਨੂੰ ਮਨਫੀ ਕਰਕੇ ਦੇਖਣਾ। ਸੋ ਇਸ ਲਈ ਇਸ ਪਹਿਲੂ ਤੇ ਚਰਚਾ ਤਾਂ ਹੋਏਗੀ। ਬੇਸ਼ੱਕ ਬੰਦੇ ਭਾਰਤ ਟ੍ਰੇਨ ਨਰਿੰਦਰ ਮੋਦੀ ਹੋਰਾਂ ਦਾ ਡ੍ਰੀਮ ਪ੍ਰੋਜੈਕਟ ਹੈ, ਕਿਉਂਕਿ ਜਿੰਨੀ ਵਾਰ ਵੀ ਇਹ ਟ੍ਰੇਨ ਟਰੈਕ ਤੇ ਆਈ, ਜਿੰਨੀਆਂ ਰੇਲ ਗੱਡੀਆਂ ਟਰੈਕ ਤੇ ਆਈਆਂ, ਰੇਲ ਮੰਤਰੀ ਨੂੰ ਘਰੇ ਛੱਡ ਕੇ, ਉਹਦੇ ਦਫ਼ਤਰ ਛੱਡ ਕੇ ਮੋਦੀ ਜੀ ਖੁਦ ਝੰਡੀ ਦੇਣ ਆਉਂਦੇ। ਸੋ ਇਸ ਲਈ ਜੇ ਪ੍ਰਧਾਨ ਮੰਤਰੀ ਦਾ ਕੰਮ ਰੇਲ ਗੱਡੀਆਂ ਨੂੰ ਝੰਡੀ ਦੇਣਾ ਹੀ ਆ ਤੇ ਤੁਸੀਂ ਇੱਥੋਂ ਜਾਂ ਵਿਦੇਸ਼ ਜਾਣਾ ਤਾਂ ਵੀ ਮੈਂ ਹੀ ਜਾਣਾ, ਵਿਦੇਸ਼ ਮੰਤਰੀ ਵੀ ਨਹੀਂ ਜਾਊਗਾ। ਸੋ ਇੱਥੋਂ ਅੰਦਾਜ਼ਾ ਲਾ ਲਓ ਕਿ ਤੁਸੀਂ ਫਰੇਮ 'ਚ ਰਹਿਣਾ ਚਾਹੁੰਦੇ ਹੋ, ਤੁਸੀਂ ਕੈਮਰੇ 'ਚ ਰਹਿਣਾ ਚਾਹੁੰਦੇ ਹੋ, ਤੁਸੀਂ ਮੀਡੀਆ ਦੀ ਨਜ਼ਰਾਂ 'ਚ ਰਹਿਣਾ ਚਾਹੁੰਦੇ ਹੋ। ਸੋ ਇਸੇ ਲਈ ਇਸ ਹਵਾਲੇ ਨਾਲ, ਇਸ ਭਗਵੇ ਕਲਰ ਦੇ ਨਾਲ ਵੀ ਭਾਵ ਇਹੀ ਹੈ ਕਿ ਬੀਜੇਪੀ ਦਾ ਰੰਗ ਚਰਚਾ 'ਚ ਰਹੇ। ਅਯੋਧਿਆ ਦੇ ਵਿੱਚ ਜਿਹੜੇ ਚੌਂਕ ਤੱਕ ਬਣਾਏ, ਉਹਨਾਂ ਚੌਂਕਾਂ ਦੇ ਵਿੱਚ ਵੀ ਕਮਲ ਦੇ ਫੁੱਲ ਲਾਏ। ਸੋ ਇਸ ਲਈ ਉਸੇ ਤਰ੍ਹਾਂ ਦਾ ਵਰਤਾਰਾ ਜਿਵੇਂ ਯੂਪੀ ਦੇ ਵਿੱਚ ਕਿਸੇ ਸਮੇਂ ਮਾਇਆਵਤੀ ਦੀ ਸਰਕਾਰ ਸੀ ਤੇ ਉਹਨੇ ਪਾਰਕਾਂ 'ਚ ਹਾਥੀਆਂ ਦੇ ਬੁੱਤ ਲਾਤੇ ਸੀ ਕਿਉਂਕਿ ਉਹਦਾ ਚੋਣ ਨਿਸ਼ਾਨ ਸੀ। ਸੋ ਉਸੇ ਤਰ੍ਹਾਂ ਇਸ ਗੱਲ ਨੂੰ ਚੋਣ ਪ੍ਰਚਾਰ ਵਜੋਂ ਵੇਖਿਆ ਜਾ ਰਿਹਾ ਕਿ ਚੋਣ ਪ੍ਰਚਾਰ ਦਾ ਤਰੀਕਾ। ਬੇਸ਼ੱਕ ਇਹਨਾਂ ਰੇਲ ਗੱਡੀਆਂ ਦੇ ਵਿੱਚ ਜਿਹੜੀ 28ਵੀਂ ਰੇਲ ਗੱਡੀ ਆ ਜੋ ਕਾਫੀ ਚੰਗੀਆਂ ਤਬਦੀਲੀਆਂ ਵੀ ਕੀਤੀਆਂ ਜਾ ਰਹੀਆਂ, ਜਿਵੇਂ ਗੱਦੀਆਂ ਨੂੰ ਉਹਨਾਂ ਦੀਆਂ ਕਾਰ ਚੇਅਰ ਜਿਹੜੀਆਂ ਹੁੰਦੀਆਂ ਉਹਨਾਂ ਨੂੰ ਬੈਠਣ ਦੇ ਇਸ ਲਾਇਕ ਬਣਾਇਆ ਜਾ ਰਿਹਾ ਕਿ ਤਾਂ ਕਿ ਬਜ਼ੁਰਗ ਆਸਾਨੀ ਨਾਲ ਬੈਠ ਸਕਣ, ਉਹਨਾਂ ਨੂੰ ਰੀੜ੍ਹ ਦੀ ਹੱਡੀ ਦੀ ਪ੍ਰੋਬਲਮ ਨਾ ਹੋਵੇ। ਜਾਂ ਜਿਹੜਾ ਚਾਰਜਰ ਵਾਲਾ ਪਲੱਗ ਸੀ ਉਹ ਸਹੀ ਥਾਂ ਨਹੀਂ ਸੀ ਕਿ ਪਲੱਗ ਲੱਗਣ ਤੋਂ ਬਾਅਦ ਸੀਟ ਤੇ ਬੈਠੇ ਬੰਦੇ ਨੂੰ ਫੋਨ ਚਲਾਉਣ 'ਚ ਦਿੱਕਤ ਆਉਂਦੀ ਸੀ, ਉਹਦੀ ਪੋਜੀਸ਼ਨ ਬਦਲੀ ਗਈ ਹੈ। ਜਾਂ ਬਾਥਰੂਮਾਂ 'ਚ ਜਿਹੜੇ ਵਾਸ਼ ਬੇਸ਼ਨ ਲੱਗੇ ਸੀ ਉਹ ਡੂੰਘੇ ਨਹੀਂ ਸੀ, ਸੋ ਉਹਦੇ ਨਾਲ ਛਿੱਟੇ ਪੈਂਦੇ ਸੀ, ਉਹ ਡੂੰਘੇ ਕੀਤੇ ਗਏ ਨੇ। ਸੋ ਅਜਿਹੀਆਂ ਕੁਝ ਤਬਦੀਲੀਆਂ ਵੀ ਹੋਈਆਂ ਨੇ ਜਿਹੜੀਆਂ ਚੰਗੀਆਂ ਨੇ। ਇਸੇ ਤਰ੍ਹਾਂ ਸੋਚਿਆ ਜਾ ਰਿਹਾ ਕਿ ਆਉਣ ਵਾਲੇ ਸਮੇਂ 'ਚ 25% ਕਿਰਾਇਆ ਇਹਨਾਂ ਦਾ ਘਟਾ ਦਿੱਤਾ ਜਾਵੇ, ਖਾਸ ਕਰਕੇ ਉਹਨਾਂ ਗੱਡੀਆਂ ਦਾ ਜਿਹੜੀਆਂ ਲਗਭਗ 1 ਮਹੀਨਾ 50% ਖਾਲੀ ਸੀਟਾਂ ਨਾ ਚੱਲਣ। ਸੋ ਜੇ ਉਹਨਾਂ 'ਚ ਸੀਟਾਂ ਖਾਲੀ ਰਹਿੰਦੀਆਂ ਫਿਰ ਕਿਰਾਇਆ ਘਟਾਓ। ਸੋ ਇਸ ਤਜਵੀਜ਼ ਤੇ ਵੀ ਗੱਲ ਹੋ ਰਹੀ ਹੈ। ਪਰ ਕੁੱਲ ਮਿਲਾ ਕੇ ਦਿੱਖ ਦਾ ਸਵਾਲ ਹੈ ਜੀ ਕਿ ਹੁਣ ਰੇਲ ਗੱਡੀਆਂ ਨੂੰ ਵੀ ਭਗਵਾ ਰੰਗ ਚੜ ਗਿਆ, ਭਗਵਾ ਕਰਨ ਹੋ ਗਿਆ ਜਾਂ ਭਾਜਪਾਈ ਕਰਨ ਹੋ ਗਿਆ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਬਿਲਕੁਲ ਬਿਲਕੁਲ। ਤਾਂ ਦੀਪ ਜੀ, ਰਹਿੰਦੇ 3 ਮਿੰਟਾਂ ਦੇ ਵਿੱਚ ਇੱਕ ਹੋਰ ਖਬਰ ਤੇ ਚਰਚਾ ਕਰ ਲੈਣਾ। ਕੇਂਦਰ ਸਰਕਾਰ ਦੇ ਵੱਲੋਂ ਜਦੋਂ ਅਗਨੀਪਥ ਸਕੀਮ ਲਿਆਂਦੀ ਗਈ ਸੀ, ਇਹ ਯੋਜਨਾ ਲਿਆਂਦੀ ਗਈ ਸੀ ਤਾਂ ਕਾਫੀ ਇਸਦਾ ਵਿਰੋਧ ਵੀ ਕੀਤਾ ਗਿਆ ਸੀ। ਪਰ ਇਸ ਵਿਰੋਧ ਦੇ ਵਿਚਾਲੇ ਹੀ ਜਿਹੜੇ ਨੌਜਵਾਨ ਨੇ ਅਗਨੀਵੀਰ ਉਹ ਟ੍ਰੇਨਿੰਗ ਤੇ ਗਏ ਹੋਏ ਨੇ, ਉਹ ਟ੍ਰੇਨਿੰਗ ਕਰ ਰਹੇ ਨੇ ਤੇ ਪਹਿਲੇ ਬੈਚ ਦੀ ਟ੍ਰੇਨਿੰਗ ਖਤਮ ਵੀ ਹੋ ਚੁੱਕੀ ਹੈ ਤੇ ਹੁਣ ਉਹਨਾਂ ਨੇ ਫੌਜ ਦੇ ਵਿੱਚ ਭਰਤੀ ਹੋਣਾ ਸੀ, ਪਰ ਉਸ ਤੋਂ ਪਹਿਲਾਂ ਹੀ ਉਹ ਟ੍ਰੇਨਿੰਗ ਛੱਡ ਕੇ ਚਲੇ ਗਏ ਤੇ ਕਾਫੀ ਸਵਾਲ ਉੱਠ ਰਹੇ ਨੇ ਉਹਨਾਂ ਕਿ ਵੀ ਉਹ ਇਸ ਤਰੀਕੇ ਦੇ ਨਾਲ ਕਿਉਂ ਉਹਨਾਂ ਨੇ ਟ੍ਰੇਨਿੰਗ ਅੱਧ ਵਿਚਾਲੇ ਛੱਡੀ ਹੈ। ਤੇ ਦੂਜੇ ਪਾਸੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਹੜੀ ਉਹਨਾਂ ਤੇ ਰਕਮ ਖਰਚ ਕੀਤੀ ਗਈ ਸੀ ਟ੍ਰੇਨਿੰਗ ਦੌਰਾਨ ਉਹ ਉਹਨਾਂ ਤੋਂ ਹੀ ਵਸੂਲੀ ਜਾਵੇਗੀ। ਤਾਂ ਸਵਾਲ ਇਹ ਵੀ ਖੜੇ ਹੋ ਰਹੇ ਨੇ ਕਿ ਉਹਨਾਂ ਦੀ ਇਹ ਟ੍ਰੇਨਿੰਗ ਅੱਧ ਵਿਚਾਲੇ ਛੱਡਣ ਦੇ ਕਾਰਨ ਕੀ ਬਣੇ ਹੋ ਸਕਦੇ ਨੇ। ਜਤਿੰਦਰ ਜੀ, ਪਹਿਲੀ ਗੱਲ ਤਾਂ ਹੈ ਕਿ ਜਦੋਂ ਅਗਨੀਵੀਰ ਜਾਂ ਅਗਨੀਪਥ ਯੋਜਨਾ ਇਹ ਲਿਆਂਦੀ ਸੀ ਇਹਨਾਂ ਨੇ, ਤਦ ਉਸ ਸਮੇਂ ਸਭ ਤੋਂ ਵੱਧ ਵਿਰੋਧ ਹਰਿਆਣੇ 'ਚ, ਹਿਮਾਚਲ 'ਚ ਤੇ ਪੰਜਾਬ 'ਚ ਹੋਇਆ ਸੀ, ਕਿਉਂਕਿ ਇਸ ਸੂਬਿਆਂ ਤੋਂ ਹੀ ਸਭ ਤੋਂ ਵੱਧ ਨੌਜਵਾਨ ਭਰਤੀ ਹੋਣ ਲਈ ਸਾਹਮਣੇ ਆਉਂਦੇ ਸੀ। ਸੋ ਜੇ ਇਹਨਾਂ ਤੋਂ ਵਿਰੋਧ ਹੋ ਰਿਹਾ ਤਾਂ ਸਰਕਾਰ ਨੂੰ ਸੋਚਣਾ ਚਾਹੀਦਾ ਸੀ ਕਿ ਕੀ ਸਾਡਾ ਇਹ ਕਦਮ ਸਹੀ ਹੈ ਜਾਂ ਗਲਤ ਹੈ। ਪਰ ਸਰਕਾਰ ਆਪਣੀ ਜਿੱਦ ਤੇ ਅੜੀ ਸੀ ਤੇ ਉਸਨੇ ਇਸ ਨੂੰ ਲਾਗੂ ਕੀਤਾ। 4 ਸਾਲ ਦੀ ਨੌਕਰੀ ਦੇ ਵਿੱਚ ਕਿਹੜੀ ਦੇਸ਼ ਭਗਤੀ ਪੈਦਾ ਹੋਊਗੀ ਜੀ? ਇੰਨੀ ਦੇਰ 'ਚ ਟ੍ਰੇਨਿੰਗ ਨਹੀਂ ਹੁੰਦੀ। ਫੌਜ ਦੇ ਅਧਿਕਾਰੀਆਂ ਦਾ ਮੰਨਣਾ ਕਿ 3 ਸਾਲ ਟ੍ਰੇਨਡ ਹੋਣ ਨੂੰ ਲੱਗਦੇ ਆ। ਸੋ ਇਹ ਸਾਰੇ ਪਹਿਲੂ ਦੇ ਦਰਮਿਆਨ ਇਹ ਵੀ ਚਰਚਾ ਸਾਹਮਣੇ ਆਈ ਸੀ ਕਿ ਕਿਤੇ ਇਹਦੀ ਆੜ ਦੇ ਵਿੱਚ RSS ਨੇ ਸਰਕਾਰੀ ਖਰਚੇ ਤੇ ਆਪਣੇ ਬੰਦੇ ਤਾਂ ਨਹੀਂ ਮਤਲਬ ਕਿ ਹਥਿਆਰਬੰਦ ਫੌਜ ਤਿਆਰ ਕਰਨੀ, ਉਹਨਾਂ ਨੂੰ ਹਥਿਆਰਾਂ ਦੀ, ਇਹ ਵੀ ਚਰਚਾ ਰਹੀ। ਪਰ ਹੁਣ ਪਹਿਲਾ ਬੈਚ ਜਦੋਂ ਟ੍ਰੇਨਿੰਗ ਪੂਰੀ ਕਰਕੇ ਵੱਖੋ-ਵੱਖ ਯੂਨਿਟਾਂ ਦੇ ਰੂਪ 'ਚ
ਤੈਨਾਤ ਹੋਣ ਲਈ ਤਿਆਰ ਖੜਾ ਹੈ। ਤਦ ਇਹ ਰਿਪੋਰਟਾਂ ਨਿਕਲ ਕੇ ਆਈਆਂ ਕਿ ਭਾਈ ਜਿਹੜਾ ਜਵਾਕ ਟ੍ਰੇਨਿੰਗ ਦੇ ਲਈ ਚੁਣਿਆ ਗਿਆ ਅਗਨੀਪਥ ਯੋਜਨਾ ਦੇ ਤਹਿਤ ਅਗਨੀਵੀਰ ਵਜੋਂ, ਉਹਨੇ 6.5 ਮਹੀਨੇ ਦੀ ਜਿਹੜੀ ਟ੍ਰੇਨਿੰਗ ਕਰਨੀ ਸੀ, ਉਸ ਟ੍ਰੇਨਿੰਗ ਦੇ ਦੌਰਾਨ ਜੇਕਰ 30 ਦਿਨ ਉਹ ਮੈਡੀਕਲ ਛੁੱਟੀ ਤੇ ਰਹਿੰਦਾ ਤਦ ਉਹ ਇਸ ਯੋਜਨਾ ਤੋਂ ਬਾਹਰ ਹੋ ਜਾਂਦਾ। ਸੋ ਵੱਡੀ ਗਿਣਤੀ 'ਚ 30 ਦਿਨਾਂ ਦੀ ਮੈਡੀਕਲ ਲੀਵ ਦੇ ਉੱਤੇ ਗਏ ਵਿਦਿਆਰਥੀ ਭਰਤੇ ਹੀ ਨਹੀਂ, ਸੋ ਟ੍ਰੇਨਿੰਗ ਚਾਹੀਦੀ ਦਾ ਮਤਲਬ ਉਹਨੇ ਛੱਡ ਦਿੱਤੀ ਜਾਣਬੁੱਝ ਕੇ। ਉਹਨੂੰ ਪਤਾ ਸੀ ਕਿ ਵੱਧ ਦਿਨ ਬਾਹਰ ਰਵਾਂਗੇ। ਤੇ ਦੂਸਰਾ ਇਹ ਤੋਂ ਜਿਹੜਾ ਪਹਿਲੂ ਨਿਕਲ ਕੇ ਉਹਦਾ ਕਾਰਨ ਕੀ ਹੈ ਕਿ ਕਿਉਂ ਨਹੀਂ ਆਏ? ਉਹਦਾ ਕਾਰਨ ਇਹ ਹੈ ਜੀ ਕਿ ਜਿਹੜੇ ਜਵਾਕ ਮਤਲਬ ਕਿ ਟ੍ਰੇਨਿੰਗ ਕਰ ਵੀ ਰਹੇ ਸੀ, ਉਹਨਾਂ ਚੋਂ ਵੀ 50 ਜਵਾਕ 50 ਨੌਜਵਾਨ ਇਹ ਕਹਿ ਕੇ ਛੱਡ ਗਏ ਕਿ ਜੀ ਸਾਨੂੰ ਤਾਂ ਹੋਰ ਥਾਂ ਚੰਗੀ ਨੌਕਰੀ ਮਿਲ ਗਈ, ਕਿਉਂਕਿ ਉਹਨਾਂ ਦੇ ਲਈ ਇਹ ਫੌਜ ਕੋਈ ਦੇਸ਼ ਭਗਤੀ 4 ਸਾਲਾਂ ਵਾਲੀ ਨੌਕਰੀ ਸੀ। ਇਹ ਦੇਸ਼ ਭਗਤੀ ਜਾਂ ਜਜ਼ਬਾ ਨਹੀਂ ਸੀ। ਜੇ ਜਜ਼ਬਾ ਜਾਂ ਉਸ ਇਰਾਦੇ ਨਾਲ ਆਏ ਹੁੰਦੇ ਫਿਰ ਉਹ ਛੱਡ ਕੇ ਨਾ ਜਾਂਦੇ। ਸੋ ਉਹਨਾਂ ਨੂੰ ਨੌਕਰੀ ਸੀ ਤਾਂ ਅਗਲੇ ਨੂੰ ਚੰਗੀ ਨੌਕਰੀ ਮਿਲੀ ਤਾਂ ਜਾਣਗੇ, ਉਹਨਾਂ ਦੇ ਭਵਿੱਖ ਦਾ ਸਵਾਲ ਹੈ। ਸੋ ਹੋ ਸਕਦਾ ਕਿ ਜਿਹੜੇ ਉਹ 30 ਦਿਨਾਂ ਵਾਲੇ ਹਵਾਲੇ ਨਾਲ ਵੀ ਛੱਡ ਕੇ ਗਏ ਮੈਡੀਕਲ ਵਾਲੇ, ਉਹ ਵੀ ਇਸ ਲਈ ਉਹਨਾਂ ਨੂੰ ਕਿਤੇ ਚੰਗੀ ਨੌਕਰੀ ਮਿਲ ਗਈ। ਸੋ ਸਰਕਾਰ ਸੋਚੇ ਕਿ ਇਹ ਯੋਜਨਾ ਕੀ ਸਿਰਫ ਦੇਸ਼ ਭਗਤੀ ਲਈ ਹੈ ਜਾਂ ਵਿਦਿਆਰਥੀਆਂ ਦੇ ਨੌਜਵਾਨਾਂ ਦੇ ਜੀਵਨ ਨੂੰ ਖਰਾਬ ਕਰਨ ਲਈ ਹੈ। 4 ਸਾਲ ਬਾਅਦ ਰਿਟਾਇਰ ਹੋ ਕੇ ਘਰੇ ਆਉਣਗੇ ਤਾਂ ਉਹਨਾਂ ਦੇ ਮੂਹਰੇ ਜੀਵਨ ਕੀ ਹੋਊਗਾ? ਤੇ ਹੁਣ ਕਹਿੰਦੇ ਆ ਜੀ ਤੁਸੀਂ ਟ੍ਰੇਨਿੰਗ ਵਿੱਚ ਛੱਡਦੀ ਤਾਂ ਪੈਸੇ ਵੀ ਤੋਂ ਵਸੂਲਾਂਗੇ। ਭਾਈ ਉਹ 25 ਸਾਲੀ 20 ਸਾਲੀ ਨੌਕਰੀ ਕਰਨ ਨਹੀਂ ਆਏ। ਬਿਲਕੁਲ 4 ਸਾਲ ਦੀ ਕਿਹੜੀ ਨੌਕਰੀ ਹੁੰਦੀ ਹੈ ਦੱਸੋ ਮੈਨੂੰ? ਤੇ ਉਲਟਾ ਤੁਸੀਂ ਕਹਿੰਦੇ ਹੋ ਪੈਸੇ। ਸੋ ਇਹ ਸਰਕਾਰ ਦੀ ਨੀਤੀ ਦੇ ਉੱਤੇ ਸਰਕਾਰ ਨੂੰ ਮੁੜ ਗੌਰ ਕਰਨ ਦੀ ਲੋੜ ਹੈ, ਔਰ ਇਸ ਮਾਮਲੇ 'ਚ ਵਿਦਿਆਰਥੀਆਂ ਨਾਲ ਨੌਜਵਾਨਾਂ ਨਾਲ ਇਹ ਧੱਕਾ ਕਰਨ ਦੀ ਲੋੜ ਨਹੀਂ। ਤੇ ਸਰਕਾਰ ਮੁੜ ਕੇ ਸੋਚੇ ਕਿ ਕਿਉਂ ਛੱਡ ਕੇ ਜਾ ਰਹੇ ਨੇ, ਕਿਉਂਕਿ ਉਹਨਾਂ ਨੂੰ ਬਦਲ ਵਜੋਂ ਚੰਗੀਆਂ ਨੌਕਰੀਆਂ ਜੇ ਮਿਲਦੀਆਂ ਨੇ ਤਾਂ ਉਹ ਇਸ ਨੌਕਰੀ 'ਚ ਨਹੀਂ ਰਹਿਣਾ ਚਾਹੁੰਦੇ। ਇਸ ਲਈ ਇਸ ਯੋਜਨਾ ਤੇ ਦੂਏ ਬੈਂਚ ਆਉਣ ਤੋਂ ਪਹਿਲਾਂ ਹੀ ਜਿਹੜਾ ਸਵਾਲੀਆ ਚਿੰਨ੍ਹ ਲੱਗਿਆ ਉਹਦੇ ਪਰ ਗੌਰ ਕੀਤਾ ਜਾਵੇ। ਬਿਲਕੁਲ ਬਿਲਕੁਲ। ਤਾਂ ਧੰਨਵਾਦ ਦੀਪਕ ਸ਼ਰਮਾ ਚਨਾਰਥਲ ਜੀ ਇਹਨਾਂ ਖਬਰਾਂ ਤੇ ਅਹਿਮ ਵਿਚਾਰ ਸਾਂਝੇ ਕਰਨ ਦੇ ਲਈ। ਸੋ ਅੱਜ ਦੇ ਡਿਸਕਸ਼ਨ ਪੁਆਇੰਟ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਕੱਲ ਮੁੜ ਹਾਜ਼ਰ ਹੋਵਾਂਗੇ ਵੱਡੀਆਂ ਖਬਰਾਂ ਤੇ ਚਰਚਾ ਕਰਨ ਦੇ ਲਈ। ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ। ਤੁਸੀਂ ਵੇਖਦੇ ਰਹੋ ਗਲੋਬਲ ਪੰਜਾਬ ਟੀਵੀ। ਸਤਿ ਸ਼੍ਰੀ ਅਕਾਲ।